ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਵਾਕਈ ਸੰਜੀਵ ਜੀ, ਆਪਾਂ ਜਿੱਦਣ ਹੀ ਆਉਂਦੇ ਆ ਨਵਾਂ ਦਿਨ ਲੱਗਣਾ ਸ਼ੁਰੂ ਹੋ ਜਾਂਦਾ ਨਾ, ਜਦੋਂ ਇੱਥੇ ਬੈਠ ਕੇ ਗੱਲਬਾਤ ਕਰਨੀ ਸ਼ੁਰੂ ਕਰਦੇ ਆ। ਇਹ ਇੱਕ ਮੈਨੂੰ ਲੱਗਦਾ ਕਿ ਹੁਣ ਰੂਟੀਨ ਬਣ ਗਈ ਨਾ, ਹੁਣ ਵੀ ਆਪਾਂ ਆਉਣਾ ਆ ਰੋਜ਼ ਹੀ ਨਵਾਂ ਦਿਨ ਲੱਗਦਾ ਆਹੋ, ਵੀ ਇੱਦਾਂ ਹੁੰਦਾ ਕਿ ਰੋਜ਼ ਖਬਰ ਆਪਾਂ ਦੇਖਦੇ ਆ, ਨਵੀਂ ਗੱਲ ਹੁੰਦੀ ਆ। ਪਰ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਕਹਿੰਦੇ ਰਹਿੰਦੇ ਆਫ ਦਾ ਕੈਮਰਾ ਵੀ ਖਬਰਾਂ ਉਹੀ ਆ, ਬਸ ਨਾਮ ਬਦਲ ਕੇ ਕਈ ਵਾਰੀ ਕਹਿ ਲਓ ਕਿ ਟਾਈਟਲ ਬਦਲ ਕੇ ਉਹ ਆ ਜਾਂਦੀਆਂ ਨੇ। ਪਰ ਸਮਝਣ ਦੀ ਲੋੜ ਆ ਕਿ ਵਿਸ਼ੇ ਜਿਹੜੇ ਆ ਮੈਨੂੰ ਲੱਗਦਾ ਇੱਕ ਦੋ ਦਿਨ 'ਚ ਨਹੀਂ ਬਦਲਦੇ, ਵਿਸ਼ਿਆਂ ਨੂੰ ਸਮਾਂ ਲੱਗ ਜਾਂਦਾ ਬਦਲਣ ਦੇ ਲਈ। ਐਕਚੁਅਲੀ ਦੇਖਿਆ ਜਾਵੇ ਨਾ, ਵਿਸ਼ੇ ਸ਼ੁਰੂ ਤੋਂ ਇਹੀ ਨੇ, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਸੋਚਦੇ ਪਏ ਹਾਂ ਪੰਜਾਬ ਦੀ ਤਰੱਕੀ ਕਿਵੇਂ ਹੋਵੇ, ਭਾਰਤ ਦੀ ਤਰੱਕੀ ਕਿਵੇਂ ਹੋਵੇ। ਠੀਕ ਆ, ਸਿੱਧੇ ਸਾਦੇ ਵਿਸ਼ੇ ਨੇ, ਪਰ ਵਿੱਚ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਲਾਲਚ ਇਨਵੋਲਵ ਹੁੰਦੇ ਨੇ, ਔਰ ਆਪਣੇ ਲਾਲਚ ਕਰਕੇ ਉਹ ਸਿੱਧੀਆਂ ਸਾਦੀਆਂ ਗੱਲਾਂ ਨੂੰ ਇੱਦਾਂ ਘੁਮਾ ਦਿੰਦੇ ਨੇ, ਇੱਦਾਂ ਉਲਝਾ ਦਿੰਦੇ ਨੇ ਕਿ ਸਾਲਾਂ ਬੱਧੀ ਉਹ ਵਿਸ਼ੇ ਹੋਰ ਕੰਪਲੈਕਸ ਹੋਈ ਜਾ ਰਹੇ ਨੇ। ਤੁਸੀਂ ਹਰ ਵਿਸ਼ਾ ਦੇਖ ਲਓ, ਜਿਹੜੇ ਪੰਜਾਬ ਦੇ ਵਿਸ਼ੇ ਨੇ, ਜੇ ਉਹਨੂੰ ਟਾਈਮਲੀ ਉਦੋਂ ਬਹਿ ਕੇ ਹੀ, ਜਦੋਂ ਉਹ ਵਿਸ਼ੇ ਖੜੇ ਹੋਏ ਸੀ ਉਦੋਂ ਹੀ ਬਹਿ ਕੇ ਟਾਈਮਲੀ ਉਹਨੂੰ ਬਿਲਕੁਲ ਨਜਿੱਠ ਲਿੱਤਾ ਜਾਂਦਾ, ਤੇ ਅੱਜ ਸਾਨੂੰ ਇਹਦੇ ਉੱਤੇ ਚਰਚਾ ਕਰਨ ਦੀ ਲੋੜ ਨਹੀਂ। ਭੋਲੀਆਂ ਗੱਲਾਂ ਫਿਰ ਤੁਸੀਂ ਕਰਦੇ ਹੋ ਵੀ ਜੇ ਉਦੋਂ ਨਜਿੱਠ ਲਿਆ ਜਾਂਦਾ ਤੇ ਇੰਨੇ ਸਾਲ ਰਾਜਨੀਤੀ ਕਿਵੇਂ ਮੰਨਣੀ ਸੀ। ਗੱਲ ਤਾਂ ਇਹੀ ਆ। ਜੰਮੂ ਕਸ਼ਮੀਰ, ਇਹ ਬੜੀਆਂ ਸਾਰੀਆਂ, ਅਸਾਮ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ ਅਫਸਪਾ ਲੱਗਣਾ ਆਪਣੇ ਆਪ ਦੇ ਵਿੱਚ ਵੱਡੀਆਂ ਗੱਲਾਂ। ਜੇ ਅਸੀਂ ਨੈਸ਼ਨਲ ਪੱਧਰ ਤੇ ਦੇਖੀਏ, ਪੰਜਾਬ ਦੇ ਵਿੱਚ ਆ ਜਾਈਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਕਿ ਖੇਤੀ ਨੂੰ ਕਿਵੇਂ ਅਪਲਿਫਟ ਕਰਨਾ, ਇਹਦੇ 'ਚ ਕਿੱਦਾਂ ਇੰਡਸਟਰੀ ਲੈ ਕੇ ਆਉਣੀ ਆ, ਇੰਨੇ ਸਾਲ ਹੋ ਗਏ ਹਜੇ ਤੱਕ ਨਹੀਂ ਆਈ। ਉਹ ਗੱਲ ਵੀ ਇਹੀ ਆ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਆਪ ਦੇ ਨਿੱਜੀ ਮਫਾਦ ਜਿਹੜੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਚੱਕਰਾਂ ਦੇ ਵਿੱਚ ਕਿੱਥੇ ਆ ਗਏ ਆ। ਉਹ ਫਿਰ ਕਹਿੰਦੇ ਹੁੰਦੇ ਨਾ ਕਿ ਆਪੇ ਆਥੜੀਏ ਤੈਨੂੰ ਕੌਣ ਛੁਡਾਵੇ, ਜੋ ਵੀ ਹੈ। ਸੋ ਇਸੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਹੁਣ ਕਹਿੰਦੇ ਕਿ ਤੁਸੀਂ ਕਹਿੰਦੇ ਵੀ ਗੱਲਾਂ ਉਹੀ ਆ ਸਿੱਧੀਆਂ, ਪਰ ਉਹ 'ਚ ਟਵਿਸਟ ਆਉਂਦਾ ਰਹਿੰਦਾ। ਟਵਿਸਟ ਇਹੀ ਆ, ਤੇ ਟਵਿਸਟ ਹੁਣ ਆ ਗਿਆ। ਟਵਿਸਟ ਬਹੁਤ ਜ਼ਬਰਦਸਤ ਆਇਆ ਹੋਇਆ। ਇਹ ਆਪਾਂ ਉਦੋਂ ਗੱਲ ਕਰਦੇ ਸੀ ਕਿ ਕਿਤੇ ਨਾ ਕਿਤੇ ਹੁਣ ਲਗਾਤਾਰ ਅਸੀਂ ਦੇਖਿਆ ਕਿ ਗੈਂਗ ਵਾਰ, ਜਿਹਨੂੰ ਤੁਸੀਂ ਗੈਂਗਸਟਰ ਬੜਾ ਸੋਹਣਾ ਤਰੀਕੇ ਨਾਲ ਕਹਿੰਦੇ ਆ, ਗੈਂਗਸਟਰਸ ਹੈ ਨਾ, ਉਹ ਗੈਂਗ ਵਾਰਾਂ ਹੋਣੀਆਂ ਸ਼ੁਰੂ ਹੋ ਗਈਆਂ, ਫੜੇ ਵੀ ਗਏ ਆ। ਕ੍ਰਿਕਟ ਖਿਡਾਰੀਆਂ ਦੀਆਂ ਜਿਹੜੀਆਂ ਦੁਰਦਸ਼ਾ ਹੋਈਆਂ ਪਿੱਛੇ ਜੇ, ਸ਼ਰੇਆਮ ਗੋਲੀਆਂ ਚੱਲਣਾ ਆਮ ਜਿਹਾ ਕੰਮ ਹੋ ਗਿਆ। ਫਿਰ ਕਿਸੇ ਨੇ ਆਰਟੀਕਲ ਲਿਖਿਆ ਸੀ, ਕੋਈ ਬੜਾ ਵੱਡਾ ਜਿਹੜਾ ਕਹਿ ਲਈਏ ਕਿ ਇਸ ਜਿਹੜੀ ਨੀਤੀ ਦਾ ਮਾਹਿਰ ਰੱਖਣ ਵਾਲਾ ਜਰਨਲਿਸਟ ਸੀਗਾ, ਉਹ ਕਹਿੰਦਾ ਕਿ ਸਿਆਸਤ ਬਦਲੀ ਆ, ਤੇ ਸਿਆਸਤ ਦੇ ਬਦਲ ਦੇ ਨਾਲ ਇੱਕ ਚੀਜ਼ ਉਹਨਾਂ ਨੇ ਕਲੀਅਰ ਕਰ ਦਿੱਤੀ ਸੀ ਕਿ ਨਾ ਰੇਤ ਮਾਫੀਆ ਰਹੇਗਾ, ਨਾ ਹੀ ਅਸੀਂ ਨਜਾਇਜ਼ ਮਾਈਨਿੰਗ ਹੋਣ ਦੇਵਾਂਗੇ, ਤੇ ਨਾ ਹੀ ਅਸੀਂ ਡਰੱਗ ਪੈਡਲਰਾਂ ਨੂੰ ਸ਼ੌਅ ਦੇਵਾਂਗੇ। ਇਸ ਤੱਕ ਕਿ ਜਿਹੜੇ ਗੈਂਗਸਟਰ ਜਿਹੜੇ ਸੀਗੇ, ਅਗੇਨ ਉਹੀ ਗੱਲ ਆ ਗਈ, ਗੈਂਗਸਟਰ ਹੈ ਨਾ, ਗੈਂਗਸਟਰ ਜਿਹੜੇ ਕਹਿੰਦੇ ਜੇਲ੍ਹਾਂ ਦੇ ਵਿੱਚੋਂ ਕਾਬਜ਼ ਹੋਏ ਸੀਗੇ, ਜੇਲ੍ਹਾਂ ਦੇ ਵਿੱਚੋਂ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦਾ, ਸਾਡੇ ਫੋਨ ਜਿਹੜੇ ਗਾਣੇ ਆ ਨਾ, ਉਹ ਵੀ ਉਹਦੇ ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਉਹ ਫੋਨ ਜਿਹੜੇ ਨੇ ਉਹ ਹੁਣ ਜਿਹੜੇ ਨੇ ਉਹ ਚੱਕ ਲੈ ਗਏ ਨੇ, ਮਤਲਬ ਉਹਨਾਂ ਨੇ ਕਿਹਾ ਵੀ ਖਤਮ ਕਰ ਦਿੱਤੇ ਆ ਹੁਣ। ਵਾਕਈ ਉਹ ਸੌਰੀ ਤੁਹਾਡੀ ਗੱਲ ਮੈਂ ਰੋਕ ਰਿਹਾ, ਪਰ ਮੈਨੂੰ ਲੱਗਦਾ ਕਿ ਮੈਨੂੰ ਵਿਸ਼ਾ ਦੱਸ ਲੈਣਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਉਹ ਖਬਰ ਤਾਂ ਤੁਸੀਂ ਵੀ ਸੁਣੀ ਹੋਣੀ ਆ ਕਿ ਸੁਲਤਾਨਪੁਰ ਲੋਧੀ ਦੇ ਸਟੇਸ਼ਨ ਮਾਸਟਰ ਨੂੰ ਚਿੱਠੀ ਮਿਲਦੀ ਆ, ਭਗਵੰਤ ਮਾਨ ਜੀ ਨੂੰ ਧਮਕੀਆਂ ਮਿਲਦੀਆਂ ਨੇ, ਹੋਰ ਬੜੇ ਥਾਵਾਂ ਦੇ ਉੱਤੇ ਧਮਕੀਆਂ ਆਉਂਦੀਆਂ ਨੇ, ਔਰ ਇਹਨਾਂ ਧਮਕੀਆਂ ਦੇ ਪਿੱਛੇ, ਇਹਨਾਂ ਲੈਟਰਾਂ ਦੇ ਪਿੱਛੇ ਦੱਸਿਆ ਜਾ ਰਿਹਾ ਕਿ ਜੈਸ਼ ਮੁਹੰਮਦ ਹੈ। ਔਰ ਜੈਸ਼ ਮੁਹੰਮਦ ਕਹਿੰਦਾ ਹੈ ਕਿ ਮੈਂ ਰਸਤਾ ਮੁਨੇਸ ਕਰ ਦੂੰਗਾ, ਮੈਂ ਉਡਾ ਦੂੰਗਾ, ਨਿਸਤੇ ਨਬੂਦ ਕਰ ਦੂੰਗਾ, ਔਰ ਧਮਾਕਿਆਂ ਨਾਲ ਉਡਾਊਂਗਾ, ਸਭ ਨੂੰ ਉਡਾ ਦੂੰਗਾ, ਔਰ ਜਿਹੜੇ ਇੰਪੋਰਟੈਂਟ ਬਿਲਡਿੰਗਸ ਨੇ ਉਹ ਵੀ ਉਡਾ ਦੂੰਗਾ, ਕਈਆਂ ਦੀਆਂ ਜਾਨਾਂ ਦੇ ਉੱਤੇ ਵੀ ਉਹਨੇ ਅਟੈਕ ਕਰਨ ਦੀ ਗੱਲ ਕੀਤੀ। ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਨਿਊਲੀ ਇਲੈਕਟਡ, ਜਾਨ ਦੇ ਉੱਤੇ ਵੀ ਅਟੈਕ ਕਰਨ ਦੀ ਉਹਨੇ ਗੱਲ ਕੀਤੀ ਆ। ਹੁਣ ਇਹ ਆਲ ਆਫ ਦ ਸਡਨ ਅਚਾਨਕ ਇਹ ਗੱਲਾਂ ਕਿੱਥੋਂ ਆ ਜਾਂਦੀਆਂ, ਇਹ ਚਿੱਠੀਆਂ ਕਿੱਥੋਂ ਆ ਜਾਂਦੀਆਂ ਨੇ? ਅੱਜ ਤੱਕ ਮੇਰਾ ਖਿਆਲ ਨਹੀਂ ਪੰਜਾਬ ਦੇ ਵਿੱਚ ਕੋਈ ਇੱਦਾਂ ਦੀ ਚਿੱਠੀ, ਪੁਰਾਣਾ ਆਪਾਂ ਇਤਿਹਾਸ ਵੀ ਦੇਖੀਏ, ਸ਼ਾਇਦ ਹੀ ਕੋਈ ਇੱਦਾਂ ਦੀ ਚਿੱਠੀ ਆਈ ਹੋਏਗੀ। ਜੈਸ਼-ਏ ਮੁਹੰਮਦ ਨੂੰ ਕੀ ਇੰਟਰਸਟ ਹੋ ਸਕਦਾ ਪੰਜਾਬ ਦੇ ਅੰਦਰ, ਕੀ ਉਹਦਾ ਇੱਥੇ ਮਕਸਦ ਹੱਲ ਹੋ ਸਕਦਾ? ਪਰ ਫਿਰ ਮੈਨੂੰ ਇਹ ਲੱਗਦਾ ਵਾਰਨਿੰਗ ਦੇਣੀ ਜ਼ਰੂਰੀ ਹੈ, ਜੇ ਉਹਨੇ ਕਰਨਾ ਵੀ ਹੁੰਦਾ ਤਾਂ ਮਤਲਬ ਵਾਰਨਿੰਗ ਕਿਹੜੇ ਚੱਕਰੋਂ? ਇਹ ਜਾਂ ਤੇ ਦੇਖੋ, ਜੋ ਮਾਹਿਰ ਇਹ ਮੰਨਦੇ ਨੇ ਕਿ ਹੋ ਸਕਦਾ ਕਿ ਇਹ ਕਿਸੇ ਨੇ ਵੈਸੇ ਹੀ ਜਿੱਦਾਂ ਕਹਿੰਦੇ ਲੋਕਲ ਮਾਫੀਆਜ਼ ਨੇ, ਕੁਝ ਵੀ ਹੈ, ਕਿਉਂਕਿ ਭਗਵੰਤ ਮਾਨ ਸਾਹਿਬ ਨੇ ਆਉਂਦੇ ਹੀ ਰਿਸ਼ਵਤਖੋਰੀ ਦੇ ਖਿਲਾਫ, ਔਰ ਕਹਿੰਦੇ ਨੇ ਕਿ ਜਿਹੜੇ ਮਾਫੀਆਜ਼ ਵੀ ਨੇ, ਜਿਹੜੇ ਗੈਂਗਸਟਰਸ ਨੇ, ਉਹਨਾਂ ਨੂੰ ਜਿਹੜੇ ਟਿਪ ਦੇਣਗੇ ਉਹਨਾਂ ਦੇ ਬਾਰੇ, ਉਹਨਾਂ ਦਾ ਨਾਂ ਛੁਪਾ ਕੇ ਰੱਖਿਆ ਜਾਏਗਾ ਔਰ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਸੋ ਡਰੱਗ ਮਾਫੀਆ ਦੀ, ਪੈਡਲਰਸ ਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ,
ਔਰ ਇਹ ਵੀ ਨਿਊਜ਼ ਛਾਇਆ ਹੋਈ ਸੀ ਕਿ ਜਦੋਂ ਸਾਰੇ ਜੋ ਡਰੱਗਸ ਦੇ ਨਾਲ ਰਿਲੇਟਡ ਗੈਂਗਸਟਰਸ ਨੇ ਉਹ ਜਦੋਂ ਜੇਲ੍ਹਾਂ 'ਚ ਨੇ ਤੇ ਫਿਰ ਇੰਨਾ ਚਿੱਟਾ ਇੰਨਾ ਨਸ਼ਾ ਕੌਣ ਮੰਗਵਾ ਰਿਹਾ, ਕਿੱਥੋਂ ਮੰਗਵਾ ਰਿਹਾ, ਕੀ ਕਰਨਾ ਹੈ, ਇਹਦਾ ਮਤਲਬ ਉਹ ਜੇਲ੍ਹਾਂ 'ਚ ਰਹਿ ਕੇ ਵੀ ਐਕਟੀਵੇਟ ਨੇ। ਸੋ ਇਹ तमाम ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ, ਪ੍ਰਸ਼ਾਸਨ ਦੇ ਉੱਤੇ ਵੀ ਗੱਲਾਂ ਆਉਂਦੀਆਂ ਨੇ ਔਰ ਕਿਤੇ ਨਾ ਕਿਤੇ ਗੈਂਗਸਟਰਸ ਨੂੰ ਲੈ ਕੇ ਜੋ ਮਾਹੌਲ ਬਣਿਆ ਹੋਇਆ ਹੈ, ਗੈਂਗਸਟਰਸ ਨੂੰ ਲੈ ਕੇ ਜੋ ਡਰ ਬਣਿਆ ਹੋਇਆ ਹੈ, ਉਹ ਵੀ ਸਾਰੀਆਂ ਗੱਲਾਂ ਆਉਂਦੀਆਂ ਨੇ। ਤਾਂ ਕਈ ਲੋਕ ਇਹ ਵੀ ਮੰਨਦੇ ਨੇ ਕਿ ਸ਼ਾਇਦ ਇਹ ਜੋ ਮਾਹੌਲ ਹੈ, ਸਖਤੀ ਹੈ, ਇਸ ਕਰਕੇ ਇੱਦਾਂ ਦੀ ਚਿੱਠੀ ਆ ਗਈ ਕਿਉਂਕਿ ਹਜੇ ਤਾਂ ਮਹੀਨਾ ਮਸਾਂ ਪੂਰਾ ਹੋਣ ਵਾਲਾ, ਮਹੀਨਾ ਪੂਰਾ ਹੋ ਗਿਆ ਤੇ ਇੰਨੇ ਕੁ ਦਿਨਾਂ ਦੇ ਵਿੱਚ ਜੈਸ਼ ਏ ਮੁਹੰਮਦ ਨੇ ਚਿੱਠੀ ਵੀ ਪਾ ਦਿੱਤੀ, ਇੱਦਾਂ ਦੀ ਧਮਕੀ ਵੀ ਦੇ ਦਿੱਤੀ ਔਰ ਸਾਰਾ ਮਾਹੌਲ ਵੀ ਮਤਲਬ ਹਿਲਾ ਕੇ ਰੱਖ ਦਿੱਤਾ ਔਰ ਹੁਣ ਏਜੰਸੀਜ਼ ਵੀ ਅਲਰਟ ਹੋ ਗਈਆਂ ਨੇ ਕਿਉਂਕਿ ਇਹ ਛੋਟੀ ਜੀ ਗੱਲ ਤਾਂ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ ਵੈਸੇ ਜੇ ਦੇਖੀ ਜਾਵੇ ਤਾਂ। ਇਹ ਮਤਲਬ ਮਾਹੌਲ ਕਿਸੇ ਹੋਰ ਪਾਸੇ ਜਾ ਰਿਹਾ ਔਰ ਨਾਲੇ ਮਰਡਰਸ ਵੱਧ ਰਹੇ ਨੇ ਔਰ ਖਿਡਾਰੀਆਂ ਦੇ ਉੱਤੇ, ਕਬੱਡੀ ਖਿਡਾਰੀਆਂ ਦੇ ਉੱਤੇ। ਮੈਂ ਉਹੀ ਗੱਲ, ਆਪਾਂ ਪਹਿਲਾਂ ਵੀ ਉਹ ਗੱਲ ਕਰ ਚੁੱਕੇ ਹਾਂ ਵੀ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਗੱਲ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਪਿੱਛੇ ਜੇ ਨਕੇਲ ਪਾ ਦਿੱਤੀ ਸੀਗੀ ਜਿਹੜੇ ਡਰੱਗ ਪੈਡਲਰ ਸੀਗੇ ਔਰ ਆਪਾਂ ਇੱਕ ਆਰਟੀਕਲ ਦੀ ਵੀ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਆਰਟੀਕਲ ਲਿਖਿਆ ਸੀ, ਕਹਿੰਦੇ ਕਿ ਜਦੋਂ ਵੀ ਇਦਾਂ ਹੁੰਦਾ ਹੈ ਤੇ ਇਤਿਹਾਸ ਗਵਾਹ ਆ ਇਹ ਮਾਰ ਧਾੜ ਵਾਲੇ ਕਿਸੇ ਗੈਂਗ ਵਾਰਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਜਦੋਂ ਡਰੱਗ ਜਿਹੜਾ ਵਿਕਦਾ ਨਹੀਂ ਕਿਸੇ ਬੰਨੇ। ਸੋ ਤੁਹਾਨੂੰ ਲੱਗਦਾ ਕਿ ਵਾਕਈ ਪੰਜਾਬ ਦੇ ਵਿੱਚ ਇਹਦੀ ਕੜੀ ਵੀ ਡਰੱਗ ਦੇ ਨਾਲ ਜੋੜੀ ਜਾ ਸਕਦੀ ਹੈ ਕਿ ਧਿਆਨ ਭਟਕਾ ਲਓ ਫਿਰ ਡਰੱਗ ਜਿਹੜਾ ਥੋੜਾ ਸਮੂਥ ਤਰੀਕੇ ਦੇ ਨਾਲ ਆ ਜਾਊਗਾ? ਦੇਖੋ ਕੜੀ ਆਪਾਂ ਕਿੱਧਰ ਵੀ ਜੋੜ ਸਕਦੇ ਹਾਂ, ਕਨਸਪਾਇਰੇਸੀ ਥਿਊਰੀ ਤੇ ਹਮੇਸ਼ਾ ਹੀ ਚੱਲਦੀ ਰਹੇਗੀ, ਨਾਲ ਦੀ ਨਾਲ ਚੱਲਦੀ ਰਹੇਗੀ। ਜਿੰਨੇ ਦਿਮਾਗ ਉਨੀਆਂ ਗੱਲਾਂ, ਜਿੰਨੀਆਂ ਸੋਚਾਂ ਨੇ ਉਨੀਆਂ ਗੱਲਾਂ। ਕੋਈ ਕਿਸੇ ਪਾਸੇ ਇਹਨੂੰ ਲਾ ਕੇ ਤੁਰੇਗਾ, ਕੋਈ ਕਿਸੇ ਬੰਨੇ ਇਹਨੂੰ ਲਾ ਕੇ ਤੁਰੇਗਾ। ਪਰ ਅਸਲ ਗੱਲ ਕੀ ਆ, ਇਨਵੈਸਟੀਗੇਸ਼ਨ ਦੇ ਉੱਤੇ ਕਿੱਥੇ ਤੱਕ ਪਹੁੰਚੂਗੀ ਇਹ ਵੀ ਕੁਝ ਨਹੀਂ ਪਤਾ। ਸਬੂਤ ਕਿੰਨੇ ਕੁ ਮਿਲਣਗੇ, ਗਵਾਹ ਕਿੰਨੇ ਕੁ ਮਿਲਣਗੇ, ਕਿੱਥੋਂ ਕਿੱਥੋਂ ਕਿਹੜੀ ਟਿਪ ਮਿਲੇਗੀ, ਕਿੱਥੋਂ ਕਿੱਥੋਂ ਕਿਹੜੀ ਸੂਹ ਮਿਲੇਗੀ, ਨੋਬਡੀ ਨੋਸ। ਮੁੱਕਦੀ ਗੱਲ ਇਹ ਆ ਕਿ ਜੋ ਹੋ ਰਿਹਾ ਉਹ ਤਾਂ ਨਹੀਂ ਹੋਣਾ ਚਾਹੀਦਾ, ਪਰ ਜੋ ਹੋ ਰਿਹਾ ਉਹ ਕਿਉਂ ਹੋ ਰਿਹਾ, ਇਹਦੀਆਂ ਜੋ ਜੜ੍ਹਾਂ ਨੇ ਬਹੁਤ ਲੰਮੀਆਂ ਨੇ, ਬਹੁਤ ਦੂਰ ਤੱਕ ਨੇ ਔਰ ਬਹੁਤ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ। ਜੀ ਜੇ ਤਾਂ ਵਾਕਈ ਜੈਸ਼ ਮੁਹੰਮਦ ਦੀ ਚਿੱਠੀ ਆਉਂਦੀ ਆ ਤੇ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਪ੍ਰੋਐਕਟਿਵ ਹੋਣਾ ਚਾਹੀਦਾ, ਐਕਟਿਵ ਨਹੀਂ ਪ੍ਰੋਐਕਟਿਵ ਹੋਣਾ ਚਾਹੀਦਾ। ਗੱਲ ਇਹ ਹੈ ਕਿ ਇਹ ਵਾਕਈ ਜੈਸ਼ ਏ ਮੁਹੰਮਦ ਦੀ ਚਿੱਠੀ ਆ ਜਾਂ ਕਿਸੇ ਨੇ ਵੈਸੇ ਕੁਝ ਨਹੀਂ ਪਤਾ ਉਹ ਓਰੀਜਨਲ ਚਿੱਠੀ ਆ ਜਾਂ ਵੈਸੇ ਕਿਸੇ ਨੇ ਨਾਮ ਇਸਤੇਮਾਲ ਕਰਕੇ ਇਦਾਂ ਦੀ ਚਿੱਠੀ ਪਾਈ ਹੈ, ਨੋਬਡੀ ਨੋਜ਼। ਲੇਕਿਨ ਜੋ ਵੀ ਹੋ ਰਿਹਾ ਇਹ ਸੁਖਾਵਾਂ, ਸ਼ਰਾਰਤੀ ਅੰਸਰ ਵੀ ਬੜੇ ਕੰਮ ਕਰਦੇ ਆ, ਹਰ ਤਰ੍ਹਾਂ ਦੇ ਲੋਕ ਨੇ। ਚਲੋ ਫਿਰ ਅੱਗੇ ਆ ਜਾਂਦੇ ਆ। ਅੱਗੇ ਕਹਿੰਦੇ ਆ ਕਿ ਬਹਿਜਾ ਤੇ ਹੋ ਗਈ ਸੀਗੀ, ਹੁਣ ਫਿਰ ਵਿਧਾਨ ਸਭਾ ਵਾਲੀ ਗੱਲ ਵੀ ਕਹਿੰਦੇ ਨਾਲ ਹੀ ਚੱਕ ਲੈਨੇ ਆ। ਭਰਤੀਆਂ, ਹਰ ਤਰ੍ਹਾਂ ਦੀਆਂ ਭਰਤੀਆਂ, ਹਰ ਤਰ੍ਹਾਂ ਦੇ ਫੰਡ ਜਿਹੜੇ ਰਿਲੀਜ਼ ਕੀਤੇ ਗਏ ਸੀਗੇ ਉਹਨਾਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਦੇ ਉੱਤੇ ਨਾ ਅਸੀਂ ਇਨਕੁਆਇਰੀ ਬਿਠਾਵਾਂਗੇ। ਬੜਾ ਵੱਡਾ ਕਰਜ਼ਾ ਪੰਜਾਬ ਦੇ ਉੱਤੇ, ਉਸ ਕਰਜ਼ੇ ਦੇ ਵੀ ਕਹਿੰਦੇ ਪਾਈ ਦੀ ਗੱਲ ਕਰੀਏ ਵੀ ਕਰਜ਼ਾ ਆਇਆ ਕਿੱਥੋਂ, ਕਿਹੜਾ ਅਸੀਂ ਵਰਲਡ ਕਲਾਸ ਇਨਫਰਾਸਟ੍ਰਕਚਰ ਸਿਰਜ ਲਿਆ ਜਿਹੜਾ ਇੰਨਾ ਕਰਜ਼ਾ ਹੋ ਗਿਆ, ਕਿਹੜੀਆਂ ਸਰਕਾਰਾਂ ਟਾਈਮ ਕਿੰਨਾ ਹੋਇਆ। ਚਲੋ ਇਹ ਮਾਮਲਾ ਲੰਬਾ ਆ, ਮੈਨੂੰ ਲੱਗਦਾ ਕਿ ਇਹ ਤਾਂ ਸ਼ਾਇਦ 4.5 ਸਾਲ ਲੱਗ ਜਾਣਗੇ ਸਰਕਾਰਾਂ ਨੂੰ, ਫਿਰ ਐਂਡ 'ਚ ਤੇ ਆ ਕੇ ਦੱਸਣਗੇ ਵੀ ਬਈ ਇੱਥੇ ਆ ਇੰਨੇ ਖਰਚ ਲਏ ਜਾਂ ਦੱਸਣਗੇ ਨਹੀਂ, ਗੋਲ-ਮੋਲ ਕਰ ਦੇਣਗੇ। ਪਰ ਵਿਧਾਨ ਸਭਾ ਦੇ ਅੰਦਰ ਵੀ ਕਹਿੰਦੇ ਪਿਛਲੇ 5 ਸਾਲਾਂ ਤੋਂ ਬੜੀਆਂ ਭਰਤੀਆਂ ਹੋਈਆਂ ਜੀ, ਤੇ ਵਿਧਾਨ ਸਭਾ ਦੇ ਵਿੱਚ ਹੀ ਫਿਰ ਕਹਿ ਦਿੱਤਾ ਗਿਆ ਵੀ ਉਹਨਾਂ ਵਿਧਾਨ ਸਭਾ ਦੀਆਂ ਭਰਤੀਆਂ ਦੀਆਂ ਜਿਹੜੀਆਂ ਡਿਟੇਲਸ ਨੇ ਉਹਨਾਂ ਦੀ ਚੈਕਿੰਗ ਜਿਹੜੀ ਹੈ ਉਹ ਦੁਬਾਰਾ ਤੋਂ ਕੀਤੀ ਜਾਊਗੀ, ਰਿਵਿਊ ਕੀਤਾ ਜਾਊਗਾ, ਚਾਹੇ ਉੱਚੀਆਂ ਹੋਣ ਤੇ ਚਾਹੇ ਨੀਵੀਆਂ ਪੋਸਟਾਂ ਹੋਣ। ਹਾਂ, ਜ਼ਰੂਰ ਕਰਨੀ ਚਾਹੀਦੀ। ਜਿੱਥੇ ਜਿੱਥੇ ਸ਼ੱਕ ਪਵੇ ਉੱਥੇ ਜਾ ਕੇ ਇਨਕੁਆਇਰੀਆਂ ਕਰੋ, ਕਮੇਟੀਆਂ ਬਣਾਓ। ਬਸ ਫਿਰ ਇਸੇ ਕੰਮ ਲੱਗੇ ਰਵਾਂਗੇ ਕਿਉਂਕਿ ਕਿੱਥੇ ਕਿੱਥੇ ਹੱਥ ਪਾਓਗੇ, ਹਰ ਥਾਂ ਦੇ ਤਾਂ ਇਹੀ ਕੁਛ ਆ। ਜਿਹੜੇ ਮਰਜ਼ੀ ਡਿਪਾਰਟਮੈਂਟ 'ਚ, ਨਹੀਂ ਮੈਂ ਤੁਹਾਡੀ ਗੱਲ ਕੱਟਦਾ ਨਹੀਂ, ਹੋਣੀ ਚਾਹੀਦੀ ਹੈ ਇਨਕੁਆਇਰੀ, ਹਰ ਥਾਂ ਤੇ ਹੋਣੀ ਚਾਹੀਦੀ ਹੈ। ਆਡਿਟ ਵੀ ਹੋਣਾ ਚਾਹੀਦਾ, ਸਭ ਕੁਝ ਹੋਣਾ ਚਾਹੀਦਾ। ਨਿਕਲੇਗਾ ਕੀ, ਖੋਦਿਆ ਪਹਾੜ ਨਿਕਲਿਆ ਚੂਹਾ, ਕਈ ਵਾਰ ਸੌਰੀ ਦਾ ਉਹ ਵੀ ਮਰਿਆ ਹੋਇਆ ਨਿਕਲਦਾ। ਸੋ ਗੱਲ ਇਹ ਆ ਕਿ ਹਰ ਖੇਤਰ 'ਚ ਤੁਸੀਂ ਚਲੇ ਜਾਓ, ਹਰ ਡਿਪਾਰਟਮੈਂਟ 'ਚ ਤੁਸੀਂ ਚਲੇ ਜਾਓ, ਤੁਹਾਨੂੰ ਉੱਥੇ ਇੱਦਾਂ ਦੀਆਂ ਚੀਜ਼ਾਂ ਮਿਲਣਗੀਆਂ ਕਿਉਂਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਹੋਇਆ ਹੀ ਨਹੀਂ। ਜੇ ਕੁਝ ਹੋਰ ਹੋਇਆ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਜੀ। ਸੋ ਸਮੱਸਿਆ ਇਹ ਆ ਕਿਰਦਾਰ ਦੇ ਵਿੱਚ। ਠੀਕ ਆ, ਜਿਹੜੀਆਂ ਇਨਕੁਆਇਰੀਆਂ ਕਰਨ ਵਾਸਤੇ ਟੀਮ ਆਏਗੀ ਉਹ ਕਿੰਨੇ ਕੁ ਜ਼ਿਆਦਾ ਸਾਫ਼ ਸੁਥਰੇ ਲੋਕ ਹੋਣਗੇ, ਉਹਨਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਇਹ ਵੀ ਨਹੀਂ ਪਤਾ। ਜੋ ਉਹਨਾਂ ਨੇ ਰਿਪੋਰਟ ਦੇ ਦਿੱਤੀ, ਕਲੀਨ ਚਿੱਟ ਦੇ ਦਿੱਤੀ, ਮੰਨ ਲਓ ਕੁਝ ਵੀ ਨਹੀਂ ਹੈ ਜੀ, ਸਭ ਠੀਕ ਹੈ ਜੀ, ਠੀਕ ਆ। ਅਸੀਂ ਵੀ ਜਾਣਦੇ ਕਲੀਨ ਚਿੱਟ ਕਿਹੜੀ ਨਹੀਂ ਮਿਲਦੀ ਹੁੰਦੀ, ਉਹ ਵੀ ਮਿਲ ਜਾਂਦੀ ਹੈ, ਸਭ ਕੁਝ ਮਿਲਦਾ, ਸਭ ਕੁਝ ਚੱਲ ਰਿਹਾ। ਚਲੋ ਇਹਨਾਂ ਨੈਗੇਟਿਵ ਨਹੀਂ ਹੁੰਦੇ, ਨੈਗੇਟਿਵ ਨਹੀਂ ਮੈਂ ਲੈ ਰਿਹਾ। ਮੈਂ ਮੁੱਕਦੀ ਗੱਲ ਇਹ ਕਹਿਣਾ ਕਿ ਸਾਨੂੰ ਖੁਦ ਨੂੰ ਆਪਣੇ ਕੰਮਾਂ ਦੇ ਉੱਤੇ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੰਨੀ ਕੁ ਗੱਲ ਹੈ ਕਿ ਅਸੀਂ ਜਦੋਂ ਅਸੀਂ ਸਵੇਰੇ ਤਿਆਰ ਹੁੰਦੇ ਹਾਂ ਸ਼ੀਸ਼ੇ ਦੇ ਸਾਹਮਣੇ, ਅਸੀਂ ਆਪਣੇ ਆਪ ਨਾਲ ਨਜ਼ਰਾਂ ਮਿਲਾ ਸਕਦੇ ਹਾਂ। ਗੱਲ ਇੱਥੇ ਆਉਂਦੀ ਆ, ਅਸੀਂ ਜਿਸ ਮਾਂ ਦੀ ਕੁੱਖੋਂ ਜਨਮ ਲਿੱਤਾ ਉਹਦੇ ਨਾਲ ਨਜ਼ਰਾਂ ਮਿਲਾ ਸਕਦੇ ਹਾਂ ਕਿ ਅਸੀਂ ਵਾਕਈ ਅੰਦਰੋਂ ਸ਼ਰਮ ਰੱਖਦੇ ਹਾਂ। ਜੇ ਬੇਸ਼ਰਮ ਲੋਕ ਆ ਫਿਰ ਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਉਹ ਕਹਿੰਦੇ ਬਸ਼ਰਮਾਂ ਦੀ ਡੁੱਲ ਗਈ ਦਾਲ ਤੇ ਅਖੇ ਕਦੀ 2 ਡੋਲ ਖਾਣੇ ਹੁੰਦੇ ਆ ਜੀ, ਮੰਨਣੀ ਥੋੜੀ ਗੱਲ ਹੈ।
ਸੋ ਗੱਲ ਇੰਨੀ ਕੀ ਹੈ ਕਿ ਸਾਡਾ ਆਪਣਾ ਕਿਰਦਾਰ ਕਿੱਦਾਂ ਦਾ ਹੈ, ਤੁਸੀਂ ਕਿੰਨੇ ਕੁ ਬੈਲੈਂਸ ਐਂਡ ਚੈੱਕਸ ਰੱਖ ਲਓਗੇ, ਕਿੱਥੇ ਕਿੱਥੇ ਤੁਸੀਂ ਚੈਕਿੰਗ ਕਰੋਗੇ, ਕਿੱਥੇ ਕਿੱਥੇ ਤੁਸੀਂ ਫੜਨ ਜਾਓਗੇ। ਇੰਨੇ ਲੋਕਾਂ ਨੂੰ ਫੜ ਵੀ ਨਹੀਂ ਸਕਦੇ ਕਿਉਂਕਿ ਇੰਨੀਆਂ ਸਾਡੇ ਕੋਲ ਏਜੰਸੀਆਂ ਨਹੀਂ, ਉਹਨਾਂ ਕੋਲ ਇੰਨੇ ਬੰਦੇ ਵੀ ਨਹੀਂ ਹੈਗੇ ਕਿ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਚੈੱਕ ਕਰੋ। ਬਾਕੀ ਉਹ ਕਹਿੰਦੇ ਹੁੰਦੇ ਨਾ ਕਿ ਇਸੇ ਮਾਮ ਮੇਂ ਸਭ ਹਰ ਕੋਈ ਨੰਗਾ ਹੈ, ਸਭ ਨੰਗੇ। ਮਤਲਬ ਸਾਰੇ ਕੋਈ ਮਜਬੂਰੀ ਬਸ ਕਰਦਾ ਸੰਜੀਵ ਜੀ, ਤੇ ਕੋਈ ਕਿਸੇ ਬਸ ਕਰਦਾ। ਕੋਈ ਕਹਿੰਦੇ ਨੇ ਕਿ ਇਮਾਨਦਾਰ ਉਹ ਹੈ ਜਿਹਨੂੰ ਚਾਂਸ ਨਹੀਂ ਮਿਲਿਆ ਬੇਈਮਾਨੀ ਕਰਨ ਦਾ, ਕੁਝ ਲੋਕ ਇਹ ਵੀ ਕਹਿੰਦੇ ਨੇ। ਮਤਲਬ ਮੁੱਕਦੀ ਗੱਲ ਇਹ ਆ ਕਿ ਸਾਨੂੰ ਆਪ ਨੂੰ ਆਪਣੇ ਕਿਰਦਾਰ ਦੇ ਉੱਤੇ, ਆਪ ਨੂੰ ਆਪਣੇ ਕੰਮਾਂ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਆ ਜੇ ਅਸੀਂ ਵਾਕਈ ਗਲਤ ਕੰਮ ਕਰਦੇ ਪਏ ਹਾਂ। ਪਰ ਮੈਂ ਉਹੀ ਗੱਲ ਕਹਿਣਾ ਸੰਜੀਵ ਜੀ, ਦੇਖੋ ਜੇ ਇਹਦੇ ਉੱਤੇ ਕੋਈ ਚੈੱਕ ਨਹੀਂ ਕੀਤਾ ਜਾਊਗਾ ਨਾ, ਤਾਂ ਤੁਹਾਨੂੰ ਪਤਾ ਹੈ ਕਿ ਇਹ ਗੱਲਾਂ ਵੱਧਦੀਆਂ ਰਹਿਣੀਆਂ। ਸੋ ਇੱਕ ਚੰਗੀ ਗੱਲ ਮੈਨੂੰ ਲੱਗਦਾ ਇੱਕ ਪਾਸੇ ਇਨਕੁਆਇਰੀ ਚੱਲੀ ਜਾਣੀ ਚਾਹੀਦੀ ਹੈ, ਜੇ ਚੋਂ ਨਿਕਲ ਜਵੇ ਤੇ 100 ਪੌਂਬਾਂ ਨਹੀਂ ਨਿਕਲਿਆ ਤਾਂ ਫਿਰ ਰਾਮ ਭਰੋਸੇ ਤਾਂ ਪਹਿਲਾਂ ਵੀ ਅਸੀਂ ਹੈਗੇ ਜਿਨ੍ਹਾਂ ਨੇ ਜਿਹੜੀਆਂ ਵੱਡੀਆਂ ਕਪਲੇਬਾਜ਼ੀਆਂ ਕੀਤੀਆਂ ਹੋਈਆਂ ਨੇ, ਪੱਕੇ ਪੈਰੀ ਹੋ ਕੇ ਕੀਤੀਆਂ ਨੇ। ਵਾਕਈ ਇਹ ਤਾਂ ਹੈ। ਉਹਨਾਂ ਨੇ ਕਿਹੜੇ ਹੈੱਡ 'ਚ ਕੀ ਪਾਉਣਾ, ਕਿਹੜੇ ਹੈੱਡ 'ਚ ਕੀ ਪਾਉਣਾ, ਔਰ ਕਾਗਜ਼ਾਂ ਦਾ ਢਿੱਡ ਉਹਨਾਂ ਨੇ ਚੰਗੀ ਤਰ੍ਹਾਂ ਭਰਿਆ ਹੋਣਾ, ਪੂਰੇ ਤਰ੍ਹਾਂ ਦੇ ਐਂਡ ਬੈਲੈਂਸ ਐਂਡ ਚੈੱਕਸ ਬਣਾ ਕੇ ਦਿੱਤੇ ਹੋਣਗੇ। ਉਹਨਾਂ ਦੇ ਕਿਹੜੇ ਕੱਚੀ ਗੇਮ ਖੇਡਣ ਵਾਲੇ ਲੋਕ ਨੇ, ਹਰ ਗਮ ਉਹਨਾਂ ਨੇ ਐਂਡ ਬਿਲਕੁਲ ਸੈੱਟ ਕੀਤਾ ਹੋਣਾ। ਇਹੀ ਤੇ ਗੱਲ ਆਪਾਂ ਉਸ ਦਿਨ ਕਰਦੇ ਸੀ ਵੀ ਜੇ ਲੱਭਣਾ ਮੁਸ਼ਕਿਲ ਹੈ, ਵਾਕਈ ਲੱਭਣਾ ਮੁਸ਼ਕਿਲ ਆ। ਔਰ ਉਹ ਲੋਕ ਰਿਟਾਇਰ ਵੀ ਹੋ ਚੁੱਕੇ ਨੇ, ਉਹਨਾਂ ਵਿੱਚੋਂ ਕਈ ਜਿਹੜੇ ਪਤਾ ਵੀ ਨਹੀਂ ਕਿੱਥੇ ਜਾ ਚੁੱਕੇ ਨੇ, ਉਹ ਅਧਿਕਾਰੀ ਕਿੱਥੇ ਰਹਿੰਦੇ ਨੇ, ਉਹ ਕਿੱਥੇ ਨਹੀਂ ਰਹਿੰਦੇ, ਉਹਨਾਂ ਨੂੰ ਬੁਲਾਇਆ ਜਾ ਸਕਦਾ। ਕਿੰਨੇ ਕੁ ਲੋਕ ਉਹਨਾਂ ਵਿੱਚੋਂ ਜਿਉਂਦੇ ਵੀ ਨੇ, ਕਿੰਨੇ ਕੁ ਨਹੀਂ ਹੈਗੇ, ਕਿੰਨੇ ਕੁ ਵਿਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਨੇ, ਉਹ ਕਿੰਨੇ ਕੁ ਮਤਲਬ ਇਹ ਆ ਕਿ ਕਿਹਨੂੰ ਲੱਭੋਗੇ ਤੇ ਕਿਹਦੇ ਪਿੱਛੇ ਖੋਲਣਗੇ, ਕੁਝ ਨਹੀਂ ਪਤਾ। ਸੋ ਕਹਿੰਦੇ ਠੀਕ ਹੈ ਜੀ ਇਨਕੁਆਇਰੀ ਚੱਲਦੀ ਪਈ ਹੈ, ਠੀਕ ਹੈ ਜੀ ਇਨਕੁਆਇਰੀ ਚੱਲਦੀ ਪਈ ਹੈ, ਇਹ ਉਹਨੇ ਕੀਤੇ ਸੀ, ਇਹ ਸਾਈਨ ਮੇਰੇ ਨਹੀਂ ਹੈਗੇ, ਫਿਰ ਇਹ ਸਾਈਨ ਉਹਦੇ ਨੇ, ਫਿਰ ਜੀ ਉਹ ਐਕਸਪਰਟਸ ਬੁਲਾਓ ਜੀ, ਵਾਕਈ ਇਹ ਇਹਦੇ ਸਾਈਨ ਨੇ, ਹੋ ਸਕਦਾ ਕਦੇ ਜਾਲੀ ਸਾਈਨ ਨੇ, ਕੀ ਪਤਾ ਕੀ ਹੈ ਕੀ ਨਹੀਂ, ਕਿਤੇ ਸਾਈਨ ਹੈਗੇ ਵੀ ਨੇ, ਕਿਤੇ ਸਾਈਨ ਨਹੀਂ ਵੀ ਹੈਗੇ। ਸੋ ਹਰ ਤਰ੍ਹਾਂ ਦੀ ਚੀਜ਼ ਸਾਹਮਣੇ ਪਈ ਹੈ ਔਰ ਸਾਨੂੰ ਸਾਰੇ ਇਨਸ ਐਂਡ ਆਊਟਸ ਪਤਾ ਨੇ। ਵਾਕਈ ਸੰਜੀਵ, ਮੈਨੂੰ ਲੱਗਦਾ ਸੀ ਸੰਜੀਵ ਜੀ ਕੋਈ ਵੱਡੀ ਗੱਲ ਕਰਨਗੇ, ਪਰ ਸੰਜੀਵ ਜੀ ਨੇ ਕਹਿਤਾ ਵੀ ਸੱਪ ਲੰਘ ਗਿਆ ਤੇ ਲਕੀਰ ਰਹਿ ਗਈ, ਫਿਰ ਉਹਨੂੰ ਕੁੱਟਣ ਦਾ ਤੇ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਸੋ ਗੱਲ ਇਹ ਹੈ ਨਾ ਖੈਰਾ ਸਰ ਕਿ ਠੀਕ ਆ, ਇਹਨਾਂ ਚੀਜ਼ਾਂ ਨੂੰ ਜ਼ਰੂਰ ਕੋਖਣਾ ਚਾਹੀਦਾ, ਜ਼ਰੂਰ ਦੇਖਣਾ ਚਾਹੀਦਾ, ਪਰ ਜਿਵੇਂ ਹੁੰਦਾ ਨਾ ਉਹ ਖੇਤਾਂ ਦੇ ਵਿੱਚ ਅਸੀਂ ਜਦੋਂ ਹਲ ਚਲਾਉਣੇ ਆ ਤੇ ਅਸੀਂ ਬੀਜ ਪਾਉਨੇ ਆ, ਹੈ ਨਾ, ਤੇ ਅਸੀਂ ਅੱਗੇ ਵੱਲ ਦੇਖਦੇ ਆ, ਪਿੱਛੇ ਵੱਲ ਦੇਖ ਕੇ ਅਸੀਂ ਬੀਜ ਨਹੀਂ ਪਾ ਸਕਦੇ, ਅਸੀਂ ਬੀਜ ਨਹੀਂ ਬੁਆਈ ਨਹੀਂ ਕਰ ਸਕਦੇ। ਇਸ ਕਰਕੇ ਅੱਗੇ ਵੱਲ ਦੇਖੀਏ, ਪਿੱਛੇ ਜੋ ਹੋ ਗਿਆ ਠੀਕ ਹੈ, ਜਿਹੜਾ ਲੱਭ ਜੂਗਾ, ਜਿਹੜਾ ਨਹੀਂ ਲੱਭੂਗਾ। ਹੁਣ ਅੱਗਾ ਸਵਾਰੀਏ, ਪਿੱਛੇ ਨੂੰ ਲੈ ਕੇ ਬੈਠੇ ਰਵਾਂਗੇ ਤਾਂ ਆ 5 ਸਾਲ ਵੀ ਇਹਨਾਂ ਕੰਮਾਂ 'ਚ ਲੰਘ ਜਾਣਗੇ। ਵੈਸੇ ਅੱਗਾ ਸਵਾਰਨ ਤੋਂ ਮੈਨੂੰ ਗੱਲ ਯਾਦ ਆ ਗਈ, ਕੱਲ ਇੱਕ ਖਬਰ ਜਿਹੜੀ ਸੀਗੀ ਉਹ ਵਾਹਵਾ ਸੁਰਖੀਆਂ ਦੇ ਵਿੱਚ ਸੀਗੀ, ਕਿਉਂਕਿ ਪਹਿਲਾਂ ਸਾਬਕਾ ਕੈਬਨਿਟ ਮਿਨਿਸਟਰ ਨੂੰ ਮੈਂ ਕਦੀ ਇਦਾਂ ਨਹੀਂ ਦੇਖਿਆ ਵੀ ਟਰਾਂਸਪੋਰਟ ਵਿਭਾਗ ਨੇ ਸ਼ਰੇਆਮ ਚਿੱਠੀ ਲਿਖ ਦਿੱਤੀ ਹੋਵੇ। ਕੱਲ ਸਾਬਕਾ ਹੋਮ ਮਿਨਿਸਟਰ ਰੰਧਾਵਾ ਸਾਹਿਬ ਨੂੰ ਚਿੱਠੀ ਲਿਖੀ ਆ ਟਰਾਂਸਪੋਰਟ ਵਿਭਾਗ ਨੇ ਵੀ ਤੁਸੀਂ ਜਲਦ ਤੋਂ ਜਲਦ ਖੇਚਲ ਕਰੋ, ਜਿਹੜੀ ਤੁਹਾਨੂੰ ਗੱਡੀ ਮਿਲੀ ਆ ਉਹ ਕੈਬਨਿਟ ਮਿਨਿਸਟਰਾਂ ਵਾਲੀ ਆ, ਉਹਨੂੰ ਨੋਵਾ ਕ੍ਰਿਸਟਾ ਆ, ਉਹਨੂੰ ਵਾਪਸ ਕਰ ਦਿਓ। ਪਹਿਲਾਂ ਮੈਂ ਕਦੀ ਨਹੀਂ ਸੰਜੀਵ ਜੀ ਵੇਖਿਆ, ਮੇਰੀ ਸੁਰਤ 'ਚ ਤਾਂ ਮੈਂ ਨਹੀਂ ਵੇਖਿਆ, ਚਲੋ ਹੁੰਦੀਆਂ ਵੀ ਹੋਣਗੀਆਂ ਵਾਪਸ ਗੱਡੀਆਂ, ਪਰ ਜਿਹੜਾ ਕੋਈ ਰੱਖ ਲੈਂਦਾ ਸੀ ਉਹਨੂੰ ਟਰਾਂਸਪੋਰਟ ਵਿਭਾਗ ਦੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਵੀ ਲਿਖ ਦੇਵੇ। ਇਸ ਵਾਰ ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਕਿਉਂਕਿ ਮਾਨ ਸਾਹਿਬ ਕਾਫੀ ਤਗੜੇ ਹੋਏ ਨੇ ਤੇ ਉਹਨਾਂ ਦੀ ਸ਼ਾਇਦ ਸਭ ਨੂੰ ਹੈ ਜਿਹੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਔਰ ਹੀਲਾ ਕਰਦੇ ਨੇ ਔਰ ਚੈਲੰਜ ਕਰਦੇ ਨੇ, ਬਈ ਇਹ ਗੱਲ ਗਲਤ ਹੈ, ਇਹ ਗੱਲ ਗਲਤ ਹੈ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜਦੋਂ ਕੋਠੀਆਂ ਦੇ ਸਮਾਨ ਦਾ ਵੀ ਚੱਕਰ ਪਿਆ, ਮੈਂ ਉਹੀ ਗੱਲ ਕਹਿ ਰਿਹਾ ਸੀ ਵੀ ਆਪਾਂ ਸੋਈ ਨਹੀਂ, ਸਮਾਨ ਕਿੱਥੇ ਗਿਆ ਔਰ ਉਹ ਕਹਿੰਦੇ ਨੇ ਜਮ੍ਹਾਂ ਕਰਾ ਦੇਣਾ, ਪੈਸਾ ਜਮ੍ਹਾਂ ਕਰਾ ਦੇਣਾ, ਕਹਿੰਦੇ ਇੰਨੇ ਦਾ ਸਮਾਨ ਨਹੀਂ ਸੀ, ਉਸ ਤੋਂ ਵੱਧ ਦਾ ਸਮਾਨ ਸੀ, ਤੁਸੀਂ ਘੱਟ 'ਚ ਕਿਵੇਂ, ਮਤਲਬ ਇਹੋ ਜਿਹੀਆਂ ਗੱਲਾਂ ਪਹਿਲਾਂ ਨਹੀਂ ਕਦੀ ਹੋਈਆਂ ਸੀ, ਪਰ ਉਹ ਵੀ ਗੱਲਾਂ ਹੋਈਆਂ, ਨੁਕਤੇ ਉਹ ਵੀ ਚੁੱਕੇ ਗਏ। ਲੱਗਦਾ ਕਿ ਅਸੀਂ ਇਮਾਨਦਾਰੀ ਵੱਲ ਵੱਧਦੇ ਪਏ ਹਾਂ ਔਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਦਾ ਅਸਰ ਸਾਡੇ ਉੱਤੇ ਇੰਨਾ ਹੋ ਜਾਏ ਕਿ ਸਾਰੇ ਇਮਾਨਦਾਰੀ ਨਾਲ ਤਗੜੇ ਹੋ ਕੇ ਖੜੇ ਹੋ ਜਾਈਏ। ਕਿਸਾਨ ਅੰਦੋਲਨ ਦਾ ਵੀ ਸਾਡੇ ਉੱਤੇ ਅਸਰ ਪਿਆ ਹੋਇਆ ਔਰ ਇਹ ਸਭ ਮਿਲ ਕੇ ਵਾਕਈ ਅੱਛੇ ਸਾਈਨਸ ਨੇ ਕਿ ਪੰਜਾਬ ਵਧੀਆ ਬਿਹਤਰੀ ਵੱਲ ਜਾ ਰਿਹਾ, ਇਮਾਨਦਾਰੀ ਵੱਲ ਜਾ ਰਿਹਾ। ਜਿੱਦਾਂ ਕਹਿੰਦੇ ਸੀ ਕਰਪਸ਼ਨ ਸਾਡੀ DNA ਦੇ ਅੰਦਰ ਨਾ ਵੜ ਜਾਵੇ ਕਿਤੇ, ਇੱਥੇ ਤੱਕ ਖਤਰੇ ਪੈਦਾ ਹੋ ਚੁੱਕੇ ਨੇ, ਕਿਤੇ ਖੂਨ ਦੇ ਵਿੱਚ ਰਗਾਂ ਦੇ ਵਿੱਚ ਨਾ ਕਰਪਸ਼ਨ ਵੜ ਜਾਵੇ, ਇੱਥੇ ਤੱਕ ਖਤਰੇ ਪੈਦਾ ਹੋ ਚੁੱਕੇ ਨੇ। ਪਰ ਵਧੀਆ ਜੇ ਅਸੀਂ ਇਮਾਨਦਾਰੀ ਵੱਲ ਵਧੀਏ, ਕਿਉਂਕਿ ਨਾ ਖੈਰਾ ਸਾਹਿਬ ਬਾਰ-ਬਾਰ ਇੱਕੋ ਹੀ ਗੱਲ ਚੇਤੇ ਆਉਂਦੀ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ, ਤਾਂ ਸਾਡੇ ਗੁਰੂ ਸਾਹਿਬ ਜੋ ਸਾਨੂੰ ਸਿੱਖਿਆ ਦਿੰਦੇ ਨੇ ਨਾ, ਜੇ ਅਸੀਂ ਉੱਤੇ ਚੱਲੀਏ ਤਾਂ ਵਾਕਈ ਪੰਜਾਬ ਰੰਗਲਾ ਪੰਜਾਬ ਬਣ ਸਕਦਾ। ਕੱਲ ਲਾਭ ਸਿੰਘ ਉਗੋਕੇ ਨੇ ਸੰਜੀਵ ਜੀ ਇੱਕ ਟਵੀਟ ਕੀਤਾ, ਤੁਹਾਨੂੰ ਯਾਦ ਹੋਵੇਗਾ ਲਾਭ ਸਿੰਘ ਉਗੋਕੇ ਜੀ, ਇੱਕ ਬੜਾ ਮੁੰਡਾ ਨੌਜਵਾਨ ਜਿਹਦੀ ਮਾਂ ਆਂਗਨਵਾੜੀ 'ਚ ਮਿਹਨਤਕਸ਼ ਲੋਕ ਆ। ਬਿਲਕੁਲ ਸਹੀ ਗੱਲ। ਮੁੰਡਾ ਵੀ ਅਖੀਰਲੇ ਦਿਨਾਂ ਤੱਕ ਕੈਂਪੇਨ ਦੇ ਵਿੱਚ ਮਿਹਨਤ ਕਰਦਾ ਨਜ਼ਰ ਆਇਆ ਔਰ ਫਿਰ ਬੜੇ ਤਕੜੇ ਤਰੀਕੇ ਦੇ ਨਾਲ ਇਹਨਾਂ ਨੇ ਭਦੌੜ ਤੋਂ ਹਰਾ ਦਿੱਤਾ ਸੀਗਾ CM ਚਰਨਜੀਤ ਚੰਨੀ ਨੂੰ। ਜੀ ਉਹ ਭਦੌੜ ਜਿੱਥੋਂ ਲੱਗਦਾ ਸੀ ਕਿ ਸ਼ਾਇਦ ਇਸ ਵਾਰ ਤੇ CM ਚਰਨਜੀਤ ਚੰਨੀ ਜਿੱਤਣਗੇ। ਬੜੇ ਕਹਿ ਲਈਏ ਕਿ CM ਹੋਵੇ ਤੇ ਫਿਰ ਇਦਾਂ ਹਾਰੇ
ਉਹ ਵੀ ਨਵੇਂ ਮੁੰਡੇ ਤੋਂ, ਤੇ ਕਮਾਲ ਦੀਆਂ ਗੱਲਾਂ ਆ। ਦੋਵੇਂ ਸੀਟਾਂ ਤੋਂ ਦੋਵਾਂ ਸੀਟਾਂ ਤੋਂ ਹਾਰ ਗਏ। ਸੋ ਉਹ ਭਦੌੜ ਵਾਲਾ ਲਾਭ ਸਿੰਘ ਉਗੋਕੇ ਉਹਨੇ ਕੱਲ ਟਵੀਟ ਕੀਤਾ, ਕਹਿੰਦਾ ਕਿ ਦੇਖੋ ਪੈਕਟ ਤੇ ਤਾਂ ਗੱਲ ਹੋਣ ਡਈ ਸੀ ਵੀ ਜਿਹੜਾ ਨੌਲੇਜ ਸ਼ੇਅਰਿੰਗ ਪੈਕਟ ਹੈ, ਕਹਿੰਦੇ ਵੀ ਇਹਦੇ 'ਚ ਦੱਸੋ ਦਿੱਲੀ ਸਰਕਾਰ ਕਿੱਥੇ ਸਾਨੂੰ ਚਲਾਉਣ ਡਈ ਹੈ। ਉਹਨੇ ਵੀ ਉਹੀ ਹਵਾਲਾ ਦਿੱਤਾ, ਕਹਿੰਦਾ ਬਾਦਲ ਸਾਹਿਬ ਨੇ ਅਮਰੀਕਾ, ਕੈਨੇਡਾ, ਬੜੀਆਂ ਸਾਰੇ ਮੁਲਕ, ਨਿਊਜ਼ੀਲੈਂਡ ਦੇ ਨਾਲ ਵੀ ਪੈਕਟ ਕੀਤਾ ਸੀ। ਬੜੇ ਪੈਕਟ 'ਚ ਲਾ ਕੇ ਕਦੀ ਕੁਛ ਲੈ ਆਂਦਾ, ਕਦੀ ਕੁਛ ਲੈ ਆਂਦਾ, ਕਦੀ ਕੁਛ ਲੈ ਆਂਦਾ। ਆ ਜਿਹੜੇ ਹੈਰੀਟੇਜ ਸਟਰੀਟਸ ਬਣਾਈਆਂ ਵੀ ਕਿਸੇ ਪੈਕਟ ਥਰੂ ਆਈ ਸੀਗੀ। ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਇੱਕ ਬੜਾ ਸੋਹਣਾ ਬਣਾਇਆ ਹੋਇਆ ਪ੍ਰਦਰਸ਼ਨੀ ਬਣਾਈ ਹੋਈ ਆ, ਆਡੀਟੋਰੀਅਮ ਟਾਈਪਸ ਬਣਾਇਆ ਹੋਇਆ, ਉਹ ਵੀ ਪੈਕਟ ਥਾਈ ਨੌਲੇਜ ਸ਼ੇਅਰਿੰਗ ਪੈਕਟ ਸੀਗਾ, ਕੁਛ ਇਦਾਂ ਦਾ ਕੁਛ ਆਇਆ ਹੋਇਆ ਸੀਗਾ। ਹੁਣ ਇਹਦੇ 'ਚ ਦਿੱਲੀ ਕਹਿੰਦਾ ਕਿੱਥੇ ਆ। ਫਿਰ ਉਹਨਾਂ ਨੇ ਇੱਕ ਟਵੀਟ ਕੀਤਾ, ਕਹਿੰਦੇ ਕਿ ਬਾਦਲ ਸਾਹਿਬ ਨਹੀਂ ਚਾਹੁੰਦੇ ਕਿ ਇੱਥੇ ਦੇ ਨੌਜਵਾਨ ਜਿਹੜੇ ਨੇ, ਇੱਥੇ ਦੇ ਜਿਹੜੇ ਲੋਕ ਨੇ, ਇੱਥੇ ਦੇ ਬੱਚੇ ਜਿਹੜੇ ਨੇ ਉਹ ਚੰਗੇ ਪੜ੍ਹ ਲਿਖ ਜਾਣ। ਜੇ ਚੰਗਾ ਪੜ੍ਹ ਲਿਖ ਗਏ ਤਾਂ ਫਿਰ ਉਹ ਇਹਨਾਂ ਦੀ ਜਿਹੜੀ ਲਿਮਟਿਡ ਕਾਰਪੋਰੇਸ਼ਨਾਂ ਆ ਉਹਨਾਂ ਥੱਲੇ ਕੰਮ ਨਹੀਂ ਨਾ ਕਰ ਸਕਦੇ। ਦੇਖੋ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਅਸੀਂ ਪੰਜਾਬ ਦਾ ਹਿੱਤ ਸੋਚਦੇ ਹਾਂ ਕਿ ਆਪਣਾ ਹਿੱਤ ਸੋਚਦੇ ਹਾਂ, ਅਸੀਂ ਪੰਜਾਬੀਆਂ ਦਾ ਹਿੱਤ ਸੋਚਦੇ ਹਾਂ ਕਿ ਆਪਣੇ ਪਰਿਵਾਰਾਂ ਦਾ ਹਿੱਤ ਸੋਚਦੇ ਹਾਂ, ਠੀਕ ਹੈ ਨਾ। ਪਰ ਮੈਂ ਉਹੀ ਗੱਲ ਕਹਿ ਰਿਹਾ ਸੰਜੀਵ ਜੀ, ਤੁਸੀਂ ਵੀ ਦੇਖੋ ਜੇ ਨੌਲੇਜ ਸ਼ੇਅਰਿੰਗ ਪੈਕਟ ਆ ਤੇ ਜੇ ਅਸੀਂ ਚੰਗੀ ਚੀਜ਼ ਕਿਸੇ ਮੁਲਕ ਤੋਂ ਲੈਂਦੇ ਆ ਜਾਂ ਕਿਸੇ ਸਟੇਟ ਤੋਂ ਲੈਂਦੇ ਆ ਤਾਂ ਉਹਦੇ ਵਿੱਚ ਇਹ ਮਤਲਬ ਨਹੀਂ ਕਿ ਉਹ ਮੁਲਕ ਦੀਆਂ ਪਾਲਿਸੀਆਂ ਸਾਡੇ ਤੇ ਲਾਗੂ ਹੋ ਗਈਆਂ। ਬਿਲਕੁਲ ਨਹੀਂ ਹੁੰਦੀ ਹੈ, ਕਿਉਂਕਿ ਦੇਖੋ ਐਗਰੀਕਲਚਰ ਆ, ਹੁਣ ਪੰਜਾਬ ਯੂਨੀਵਰਸਿਟੀ ਆ ਸਾਡੀ ਐਗਰੀਕਲਚਰ ਦੀ, ਫੋਰਨ ਦੀਆਂ ਯੂਨੀਵਰਸਿਟੀਜ਼ ਨਾਲ ਕੋਲੈਬੋਰੇਸ਼ਨ ਹੁੰਦੀ ਆ, ਸਕਾਲਰਸ਼ਿਪ ਸ਼ੇਅਰ ਹੁੰਦੇ ਨੇ, ਸਟੂਡੈਂਟਸ ਜਾਂਦੇ ਆ, ਟ੍ਰੇਨਿੰਗਸ ਤੇ ਜਾਂਦੇ ਆ, 6 ਮੰਥਸ ਦੀ ਟ੍ਰੇਨਿੰਗ, 1 ਈਅਰ ਦੀ ਟ੍ਰੇਨਿੰਗ। ਹੁਣ ਉਹ ਯੂਨੀਵਰਸਿਟੀ ਥੋੜਾ ਇਸ ਯੂਨੀਵਰਸਿਟੀ ਨੂੰ ਚਲਾਉਂਦੀ ਪਈ ਆ, ਨੌਲੇਜ ਸ਼ੇਅਰਿੰਗ ਆ। ਔਰ ਬਾਹਰੋਂ ਵੀ ਤੁਸੀਂ ਦੇਖਦੇ ਹੋ ਸਟੂਡੈਂਟਸ ਆਉਂਦੇ ਨੇ, ਇੰਡੀਆ 'ਚ ਪੜ੍ਹਦੇ ਨੇ, ਕਿਉਂ ਨਹੀਂ ਆਉਂਦੇ? ਜਾਣਾ ਚਾਹੀਦਾ, ਸਿੱਖਣਾ ਚਾਹੀਦਾ, ਬਟ ਇੰਪ੍ਰੈਸ਼ਨ ਨਹੀਂ ਲੈਣਾ ਚਾਹੀਦਾ ਕਿ ਹੂ ਲਿਆ ਕੇ ਕਾਪੀ ਪੇਸਟ ਨਹੀਂ, ਜੋ ਉਹਨਾਂ ਨੇ ਕਹਿਤਾ ਉਹੀ ਕਰਨਾ ਨਹੀਂ। ਇਦਾਂ ਤਾਂ ਵੈਸੇ ਸੰਜੀਵ ਜੀ ਕਦੇ ਵੀ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਸਿੱਖੋ, ਹਰ ਚੀਜ਼ ਤੋਂ ਸਿੱਖੋ, ਹਰ ਥਾਂ ਤੋਂ ਸਿੱਖੋ, ਫਿਰ ਉਸ ਤੋਂ ਬਾਅਦ ਆਪਣੇ ਮੁਤਾਬਿਕ ਜਿੱਦਾਂ ਉਹਨੂੰ ਲਾਗੂ ਕਰਨਾ ਚਾਹੀਦਾ, ਜਿੱਦਾਂ ਤੁਹਾਨੂੰ ਸੂਟ ਕਰਦਾ ਉੱਦਾਂ ਕਰੋ। ਜਿੱਦਾਂ ਹੁਣ ਛੋਟੀ ਜਿਹੀ ਐਗਜ਼ਾਮਪਲ ਆ ਐਕਸਰਸਾਈਜ਼, ਛੋਟੀ ਜਿਹੀ ਐਗਜ਼ਾਮਪਲ ਆ ਡਾਈਟ, ਠੀਕ ਹੈ, ਤੁਸੀਂ ਸਿੱਖਦੇ ਹੋ ਇਹ ਡਾਈਟ ਖਾਓ, ਆਹ ਡਾਈਟ ਖਾਓ, ਮੌਸਮ ਦੇ ਮੁਤਾਬਿਕ ਆਹ ਕੱਪੜੇ ਪਾਓ, ਮੌਸਮ ਦੇ ਮੁਤਾਬਿਕ ਤੁਸੀਂ ਆਹ ਵਰਜਿਸ਼ ਕਰੋ, ਆਹ ਐਕਸਰਸਾਈਜ਼ ਕਰੋ, ਸਭ ਕੁਝ ਤੁਸੀਂ ਸਿੱਖਦੇ ਹੋ। ਉਸ ਤੋਂ ਬਾਅਦ ਲਾਗੂ ਤਾਂ ਆਪਣੇ ਮੁਤਾਬਿਕ ਕਰਦੇ ਹੋ ਨਾ, ਤੁਹਾਡੀ ਆਪਣੀ ਬਾਡੀ ਹੈ, ਕਈ ਚੀਜ਼ਾਂ ਤੁਹਾਨੂੰ ਸੂਟ ਕਰਨੀ, ਕਈ ਨਹੀਂ ਕਰਦੀਆਂ, ਤੁਸੀਂ ਦੇਖਦੇ ਹੋ। ਉੱਦਾਂ ਹੀ ਵਰਜਿਸ਼ ਆ, ਉੱਦਾਂ ਹੀ ਕੱਪੜੇ ਨੇ, ਹਰ ਚੀਜ਼ ਤੁਹਾਡਾ ਲਾਈਫ ਸਟਾਈਲ ਆ, ਤੁਸੀਂ ਉਹਨੂੰ ਆਪਣੇ ਮੁਤਾਬਿਕ ਲਾਗੂ ਕਰੋਗੇ, ਸਿੱਖੋਗੇ ਸਭ ਥਾਂ ਦੇ ਉੱਤੋਂ, ਠੀਕ ਹੈ ਨਾ। ਲਾਈਕਵਾਈਜ਼ ਇਹੀ ਆ, ਹਰ ਥਾਂ ਤੋਂ ਸਿੱਖੋ, ਹਰ ਥਾਂ ਤੋਂ ਮਾਡਲ ਲੈ ਕੇ ਆਓ, ਜਿੱਥੋਂ ਚੰਗੀ ਚੀਜ਼ ਮਿਲੇ ਕਿਉਂ ਨਾ ਸਿੱਖੋ। ਸਿੱਖਣ ਵਾਸਤੇ ਤੇ ਸਿਖਾਉਣ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਵਾਕਈ। ਤੇ ਉਸ ਤੋਂ ਬਾਅਦ ਤੁਸੀਂ ਸਿੱਖਦੇ ਵੀ ਹੋ, ਸਿਖਾਉਂਦੇ ਵੀ ਹੋ। ਅਗਲਾ ਬੰਦਾ ਆਪਣੇ ਮੁਤਾਬਿਕ ਉਹਨੂੰ ਅਡਾਪਟ ਕਰਦਾ, ਤੁਸੀਂ ਆਪਣੇ ਮੁਤਾਬਿਕ ਅਡਾਪਟ ਕਰਦੇ ਹੋ, ਪਰ ਕਲੈਸ਼ ਕਿਤੇ ਨਹੀਂ, ਦੋਵੇਂ ਮਿਲ ਕੇ ਸਮੂਥਲੀ ਅੱਗੇ ਵਧਦੇ ਆ। ਆਹੀ ਇਹ ਤਾਂ ਹੈ ਨੌਲੇਜ ਸ਼ੇਅਰਿੰਗ, ਹੋਰ ਕੀ MOU ਇਹ ਹੀ ਤਾਂ ਹੁੰਦਾ। ਇਹ ਥੋੜਾ ਹੈਗਾ ਕਿ ਉਹਨੇ ਉਹਨੂੰ ਨੱਪ ਲਿਆ ਤੇ ਪਰ ਮੈਂ ਉਹੀ ਕਹਿ ਰਿਹਾ ਵੀ ਕਿੱਦਾਂ ਅਫਵਾਹਾਂ ਉਡਾਈਆਂ ਜਾਂਦੀਆਂ ਜਾਂ ਕਿੱਦਾਂ ਇਹ ਗਲਤ ਇਨਫੋਰਮੇਸ਼ਨਸ ਨੇ। ਕਿਉਂਕਿ ਦੇਖੋ ਹਲੇ ਮੈਂ ਪਹਿਲੇ ਕਹਿੰਦਾ ਸੀ ਵੀ ਹਲੇ ਉਹ ਸਮਾਂ ਨਹੀਂ ਹੈਗਾ ਜਦੋਂ ਅਸੀਂ ਅੰਦਾਜ਼ਾ ਲਾ ਲਿਆ ਕਿ ਦਿੱਲੀ ਤੋਂ ਸਰਕਾਰ ਚੱਲਣ ਡਈ ਹੈ ਕਿ ਨਹੀਂ ਚੱਲਣ ਡਈ, ਕਿਉਂਕਿ ਹਲੇ ਕੋਈ ਵੱਡਾ ਡਿਸੀਜਨ ਲਿਆ ਨਹੀਂ। ਔਰ ਜਦ ਤੱਕ ਕੋਈ ਵੱਡਾ ਪ੍ਰਤੱਖ ਡਿਸੀਜਨ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇਹ ਨਹੀਂ ਕਹਿ ਸਕਦੇ। ਪਰ ਹਰ ਵਿਰੋਧੀ ਧਿਰ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਮੈਨੂੰ ਲੱਗਦਾ ਇੱਕ ਸਟ੍ਰੈਟਜੀ ਪਲਾਨ ਕਰਕੇ ਆਈ ਆ ਕਿ ਅਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਪਾਉਣਾ ਆ ਕਿ ਇਹ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਆ। ਦੇਖੋ ਮਾਨ ਸਾਹਿਬ ਨੇ ਆਪਣੀ ਵੀਡੀਓ ਜਾਰੀ ਕੀਤੀ, ਉਹਦੇ 'ਚ ਕੀ ਗੱਲ ਕਹੀ ਉਹਨਾਂ ਨੇ, ਇੱਕ ਬੜੀ ਖਾਸ ਗੱਲ ਕਹੀ, ਉਹ ਯਾਰ ਕੰਮ ਕਰ ਲੈਣ ਦਿਓ ਸਾਨੂੰ। ਦੇਖੋ ਇੱਕ ਬੰਦਾ ਕੀ ਗੱਲ ਕਹਿ ਰਿਹਾ, CM ਕੀ ਗੱਲ ਕਹਿ ਰਹੇ ਨੇ, ਕੰਮ ਕਰ ਲੈਣ ਦਿਓ ਸਾਨੂੰ, ਜੇ ਤੁਸੀਂ ਕੰਮ ਕੀਤੇ ਹੁੰਦੇ ਤੇ ਆਹ ਦਿਨ ਨਾ ਦੇਖਣੇ ਪੈਂਦੇ। ਵਾਕਈ ਹੁਣ ਇਸ ਤੋਂ ਵੱਡੀ ਗੱਲ ਹੋਰ ਕੀ ਕਹਿਣੀ ਹੈ, ਸਭ ਕੁਝ ਤਾਂ ਕਹਿ ਦੀ। ਉਹ ਵੀਡੀਓ ਕਿੰਨੀ ਵਾਇਰਲ ਹੈ, ਹਰ ਥਾਂ ਦੇ ਉੱਤੇ ਤੁਸੀਂ ਉਹ ਵੀਡੀਓ ਦੇਖ। ਵਾਕਈ ਆਪਾਂ ਕੱਲ ਵੀਡੀਓ ਦੀ ਗੱਲ ਕੀਤੀ, ਕੱਲ ਵੀ ਗੱਲ ਕੀਤੀ ਆਪਾਂ ਇਸ ਗੱਲ ਦੀ। ਸੋ ਬਿਲਕੁਲ ਇਹ ਗੱਲ ਬੜੀ ਡੂੰਘਾਈ 'ਚ ਕਿਉਂ ਸੱਚ ਲੱਗਦੀ, ਕਿਉਂਕਿ ਜੋ ਹਾਲਾਤ ਅਸੀਂ ਦੇਖ ਰਹੇ ਹਾਂ, ਐਡਾ ਵੱਡਾ ਕਰਜ਼ਾ, ਐਡਮਿਨਿਸਟ੍ਰੇਸ਼ਨ ਦੀ ਪ੍ਰੋਬਲਮ, ਸਿਕਿਉਰਿਟੀ ਦੀ ਪ੍ਰੋਬਲਮ, ਕੀ ਕੁਝ ਨਹੀਂ ਹੈ, ਕਿਹੜੀ ਪ੍ਰੋਬਲਮ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈ। ਇੱਥੋਂ ਤੱਕ ਕਹਿਣ ਲੱਗ ਪਏ ਨੇ ਹਰੀ ਕ੍ਰਾਂਤੀ ਤੋਂ ਕੈਂਸਰ ਤੱਕ ਦਾ ਸਫ਼ਰ ਅਸੀਂ ਤੈਅ ਕੀਤਾ। ਵਾਕਈ ਕੱਲ ਪਰਸੋਂ ਜਿਹੜੀ ਸੀਗੀ ਸਾਡੇ ਜੇ ਕਹਿ ਲਈਏ ਕਿ ਐਗਰੀਕਲਚਰ ਮਿਨਿਸਟਰ ਸਾਹਿਬ ਜਿਹੜੇ ਸੀਗੇ ਨਰਿੰਦਰ ਸਿੰਘ ਤੋਮਰ, ਉਹਨਾਂ ਦਾ ਇੱਕ ਸਟੇਟਮੈਂਟ ਆਉਂਦਾ, ਕਹਿੰਦੇ ਪੰਜਾਬ ਆਪ ਤੇ ਖਾਂਦਾ ਨਹੀਂ ਜੋ ਵੇਚਦਾ ਆ। ਸੋ ਪੰਜਾਬ ਜਿਹੜੀ ਪੈਸਟੀਸਾਈਡ ਵਾਲੀ ਆ ਉਹ ਉਹਨਾਂ ਨੂੰ ਵੇਚੀ ਜਾਂਦਾ, ਮਾਰਕੀਟ 'ਚ ਦੇ ਦਿੰਦਾ, ਤੇ ਘਰ ਵਾਸਤੇ ਦੂਜੀਆਂ ਬਣਾਉਂਦਾ ਜਿਹੜੀ ਆਰਗੈਨਿਕ। ਮੈਨੂੰ ਲੱਗਦਾ ਕਿ ਪੰਜਾਬ ਵੈਸੇ ਜੇ ਸੁਣਦੇ ਹੁਣ ਸਾਨੂੰ ਪੰਜਾਬੀ ਤਾਂ ਰੱਬ ਦਾ ਹੀ ਵਾਸਤਾ, ਤੁਸੀਂ ਜੇ ਆਪਦੇ ਲਈ ਲਗਾ ਲੈਂਦੇ ਹੋ ਤਾਂ ਬਹੁਤ ਸੋਹਣੀ ਗੱਲ ਆ, ਕੋਈ ਚੱਕਰ ਨਹੀਂ ਇਹਦੇ 'ਚ। ਪਰ 1950 ਦੇ ਦਹਾਕਿਆਂ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਈ ਆ ਸੰਜੀਵ ਜੀ, ਉਸੇ ਸਾਡਾ ਭਾਣਾ ਜਿਹੜਾ ਸੀਗਾ, ਉਹ ਉਸੇ ਕਹਿ ਲਈਏ ਕਿ ਉਸੇ ਦਿਨਾਂ ਦੇ ਵਿੱਚ ਉਹ ਹਰੀ ਕ੍ਰਾਂਤੀ ਨੇ ਇੱਕ ਸਫਰ ਸਾਨੂੰ ਦੇ ਦਿੱਤਾ ਕਿ ਅਸੀਂ ਉਤਪਾਦ ਵੱਧ ਕਰ ਲਿਆ, ਲੋੜ ਨਾਲੋਂ ਵੱਧ ਕਰ ਲਿਆ। ਪਰ ਉਸ ਤੋਂ ਬਾਅਦ ਪੰਜਾਬ ਦਾ ਹਾਲ ਕਿਸੇ ਮਿਨਿਸਟਰ ਨੇ ਨਹੀਂ ਪੁੱਛਿਆ। ਗੱਲ ਇਹ ਸੀਗੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਆ,
ਉਸ ਤੋਂ ਬਾਅਦ ਜਿਹੜੀ ਅਮਰੀਕਾ ਦੀ ਇੰਡਸਟਰੀ ਸੀ ਜਿਹੜੀ ਇਨਵੋਲਵ ਸੀਗੀ ਉਹ ਵਿਹਲੀ ਹੋ ਗਈ ਕਿਉਂਕਿ ਵਾਰ ਰੁਕ ਗਈ ਆ। ਵਾਕਈ ਉਹਨੂੰ ਕੈਮੀਕਲਸ ਬੇਸਡ ਫਰਟੀਲਾਈਜ਼ਰ ਬਣਾਉਣਾ ਉਹ ਉਹਨਾਂ ਵਾਸਤੇ ਜ਼ਰੂਰਤ ਸੀ ਕਿਉਂਕਿ ਉਹਨਾਂ ਨੂੰ ਏਮਪਲੋਇਮੈਂਟ ਚਾਹੀਦੀ ਸੀ। ਤੇ ਪੰਜਾਬ ਉਹਨਾਂ ਨੂੰ ਵੱਡੀ ਮੰਡੀ ਦਿਖਿਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਅੰਨ ਦੀ ਕਮੀ ਸੀ। ਨਵੇਂ ਆਜ਼ਾਦ ਹੋਏ ਸੀ, ਮੈਕਸੀਕੋ ਤੋਂ ਕਣਕ ਆਉਂਦੀ ਸੀ, ਥਾਂ ਥਾਂ ਤੋਂ ਅਸੀਂ ਕਣਕ ਮੰਗਵਾਉਂਦੇ ਸੀ। ਉਹਨਾਂ ਨੇ ਇੱਕ ਮੰਡੀ ਦੇਖੀ, ਉਹ ਆਪਣੀਆਂ ਯੂਨੀਵਰਸਿਟੀਜ਼ ਦੇ ਜ਼ਰੀਏ ਇੱਥੇ ਤੱਕ ਪਹੁੰਚ ਕੀਤੀ ਉਹਨਾਂ ਨੇ। ਫਿਰ ਇੱਥੋਂ ਦੇ ਜਿਹੜੇ ਧਨਾੜ ਕਿਸਾਨ ਸੀ ਉਹਨਾਂ ਨੂੰ ਵੀ ਆਪਣੀਆਂ ਗੱਲਾਂ 'ਚ ਲਿਆ, ਉਹਨਾਂ ਨੂੰ ਅਮਰੀਕਾ ਵਿਜ਼ਿਟ ਕਰਵਾਏ ਕਿ ਦੇਖੋ ਇੱਥੇ ਪ੍ਰੋਡਕਸ਼ਨ ਕਿੰਨੀ ਹੁੰਦੀ ਆ। ਬੇਸਿਕਲ ਇਹ ਸੀ ਕਿ ਜਿਹੜੀ ਉਹਨਾਂ ਦੀ ਇੰਡਸਟਰੀ ਵਿਹਲੀ ਹੋ ਗਈ ਹੈ ਉਹਨਾਂ ਨੂੰ ਕਿੱਦਾਂ ਇੰਪਲੋਇਮੈਂਟ ਜਨਰੇਟ ਕੀਤੀ ਜਾਏ। ਤਾਂ ਕੈਮੀਕਲ ਬੇਸਡ ਫਰਟੀਲਾਈਜ਼ਰਸ ਤਿਆਰ ਕੀਤੇ ਗਏ ਜੀ, ਜੋ ਇੱਥੋਂ ਦੀ ਧਰਤੀ ਵਾਸਤੇ, ਉਹਨਾਂ ਦਾ ਉਤਪਾਦ ਵਧਿਆ। ਇੱਥੇ ਉਦੋਂ ਵੀ ਐਸੇ ਮਿਨਿਸਟਰ ਸੀ, ਇੱਦਾਂ ਦਾ ਬੁੱਧੀਜੀਵੀ ਵਰਗ ਸੀ ਜਿਨ੍ਹਾਂ ਨੇ ਅਪੋਜ਼ ਕੀਤਾ ਇਸ ਗੱਲ ਨੂੰ ਕਿ ਅੱਗੇ ਜਾ ਕੇ ਖਾਮਿਆਜ਼ਾ ਭੁਗਤਣਾ ਪੈਣਾ, ਇਹ ਕੋਈ ਵਧੀਆ ਗੱਲ ਨਹੀਂ ਹੋਣ ਜਾ ਰਹੀ। ਪਰ ਯੂ ਨੋ ਐਵਰੀਥਿੰਗ ਇਜ਼ ਪੋਲੀਟੀਕਲ, ਸੋ ਇਹ ਡਿਸੀਜ਼ਨ ਲਿੱਤੇ ਗਏ ਔਰ ਉਹਨਾਂ ਨੂੰ ਹਟਾ ਦਿੱਤਾ ਗਿਆ ਅਹੁਦਿਆਂ ਤੋਂ ਜਾਂ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ। ਇਹ ਤਾਂ ਰੈਸਟ ਇਜ਼ ਦਾ ਹਿਸਟਰੀ, ਇਹਦਾ ਪੜ੍ਹ ਕੇ ਪਤਾ ਲੱਗੂ। ਵਾਕਈ ਮੈਨੂੰ ਲੱਗਦਾ ਨਾ ਕਿ ਆਪਾਂ ਤਾਂ ਸਿੰਪਲ ਜਿਹਾ ਫੰਡਾ ਜਾਣਦੇ ਸੀਗੇ, ਤੁਸੀਂ ਵੀ ਸ਼ਾਇਦ ਪੜ੍ਹਿਆ ਹੋਣਾ ਕਿ ਬੀਜ ਬੋ ਦੋ ਗਿੱਲਾ ਕਰ ਦੋ ਤੇ ਉੱਗ ਖੜਾਉਂਦਾ। ਕਿਸੇ ਨੇ ਸੋਚਿਆ ਸੀ ਕਿ ਬੀਜ ਜਿਹੜਾ ਆ ਉਹਨੂੰ ਫਲਾਣੇ ਥਾਂ ਦੇ ਵਿੱਚ ਇੰਨੇ ਦਿਨ ਰੱਖਣਾ, ਫਲਾਣੇ ਥਾਂ ਇੰਨੇ ਦਿਨ ਰੱਖਣਾ, ਤੇ ਫੇਰ ਆ ਕੇ ਜ਼ਮੀਨ 'ਚ ਬੀਜਣਾ ਤੇ ਉਹਨੇ 10 ਦਿਨਾਂ ਦੇ ਵਿੱਚ ਝਾੜ ਦੇਣ ਜੋਗਾ ਹੋ ਜਾਣਾ। ਆਪਾਂ ਬਚਪਨ ਤੋਂ ਹੀ ਕਰਦੇ ਪਏ ਆ, ਅੰਬ ਖਾਂਦੇ ਆ ਜਾਂ ਅੰਬ ਉਹਦੀ ਗੁਟਲੀ ਦਬਾ ਕਿਉਂਕਿ ਦਿੰਦੇ ਆ। ਪੰਜਾਬ ਇੱਕ ਐਗਰੀਕਲਚਰ ਜਿਹਨੂੰ ਆਪਾਂ ਕਹਿੰਦੇ ਖੇਤੀਬਾੜੀ ਸਟੇਟ ਹੈ ਔਰ ਸਾਨੂੰ ਸਿਖਾਇਆ ਇਹ ਜਾਂਦਾ ਬਿਲਕੁਲ ਸਹੀ ਗੱਲ ਆ ਕਿ ਜਿਹੜੀ ਚੀਜ਼ ਤੁਸੀਂ ਦੱਬਦੇ ਹੋ ਤੇ ਪਾਣੀ ਪਾਉਂਦੇ ਹੋ ਤੇ ਉੱਗ ਖੜਾਉਂਦੀ ਹੈ। ਕਿਹਾ ਜਾਂਦਾ ਸੀ ਖੈਰਾ ਸਾਹਿਬ ਕਿ ਜਦੋਂ ਕੋਈ ਸੱਟ ਸੁੱਟ ਲੱਗ ਜਾਂਦੀ ਸੀ ਨਾ ਤੇ ਮਿੱਟੀ ਚੁੱਕ ਕੇ ਮਲ ਲੈਂਦੇ ਸੀ, ਉਹ 2 ਦਿਨਾਂ 'ਚ ਸੱਟ ਠੀਕ ਹੋ ਜਾਂਦੀ ਸੱਟ ਠੀਕ ਹੋ ਜਾਂਦੀ। ਅੱਜ ਨਹੀਂ ਮਲੋਗੇ, ਉਹ ਕੈਮੀਕਲ ਹੈ, ਕੈਮੀਕਲ ਹੈ, ਸਾੜ ਪਾਊਗਾ, ਹੋ ਸਕਦਾ ਵਧਾਨ ਵੱਧ ਤੇ ਜਾਵੇ। ਉਹ ਮੈਂ ਉਹੀ ਕਹਿ ਰਿਹਾ ਕਿ ਪੰਜਾਬ ਜਦੋਂ ਜੇ ਪੰਜਾਬ ਪੂਰੇ ਮੈਨੂੰ ਲੱਗਦਾ ਪੂਰੇ ਭਾਰਤ ਦੀ ਗੱਲ ਕਰ ਲਈਏ, ਪੂਰੇ ਭਾਰਤ ਦੀ ਜਦੋਂ ਕਾਰਪੋਰੇਟ ਜਿਹੜਾ ਹਾਈਬ੍ਰਿਡ ਸੀਡਸ ਦੇ ਵਿੱਚ ਕਾਰਪੋਰੇਟ ਇਨਵੋਲਵ ਹੋਇਆ, ਦੁਨੀਆ ਦੇ ਵੱਡੇ ਧਨਾੜ ਮਨਜ਼ੂਰ ਹੋਏ ਨਾ, ਉਦੋਂ ਦੁਨੀਆ ਭਰ ਦੇ ਵਿੱਚ ਇਹ ਸ਼ੁਰੂ ਹੋਇਆ। ਬਿਲਕੁਲ ਤੇ ਹਰੀ ਕ੍ਰਾਂਤੀ ਵੀ ਸਾਡੇ ਲੱਗਦਾ ਉਸੇ ਚੱਕਰ ਦੇ ਵਿੱਚ ਆਈ ਸੀਗੀ। ਔਰ 1950 ਤੋਂ 1966 ਦੀ ਗੱਲ ਕੀਤੀ ਜਾਵੇ ਤੇ ਉਦੋਂ ਉਤਪਾਦਨ ਨੂੰ ਲੈ ਕੇ ਤਾਂ ਅਸੀਂ ਬੜੀਆਂ ਗੱਲਾਂ ਕਰ ਲਈਆਂ, ਪਰ ਇਹਦੇ ਜਿਹੜੇ ਕਹਿ ਲਈਏ ਕਿ ਰਿਪਰਕਸ਼ਨ ਜਿਹੜੇ ਆ ਜਿਹੜੇ ਇਹਦੇ ਉਹਦੇ ਨਤੀਜੇ ਨੇ ਉਹ ਹੁਣ ਤੱਕ ਸਾਨੂੰ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਤਾਂ ਮੈਨੂੰ ਲੱਗਦਾ ਉਹ ਫਰਟਾਈਲ ਹੀ ਨਹੀਂ ਕਰ ਸਕਦੀਆਂ, ਉਹਨਾਂ ਦੇ ਜਵਾਕ ਜੰਮਣੇ ਬਹੁਤ ਔਖੇ ਹੋ ਜਾਣੇ ਕਿਉਂਕਿ ਬਹੁਤ ਔਖਾ ਆ। ਗੱਲ ਇਹ ਹੈ ਨਾ, ਆਰਗੈਨਿਕ ਖੇਤੀ ਤੁਸੀਂ ਕਿਵੇਂ ਕਰੋਗੇ ਜੇ ਤੁਸੀਂ ਪੰਜਾਬ ਦੀ ਧਰਤੀ ਨੂੰ ਕਮ ਸੇ ਕਮ 6-7 ਸਾਲ ਲਈ ਵਿਹਲਾ ਛੱਡ ਦਿਓ, ਤਾਂ ਜਾ ਕੇ ਕਿਤੇ ਉਹ ਕੈਮੀਕਲ ਦਾ ਅਸਰ ਖਤਮ ਹੋਣਾ। ਹੁਣ ਤੁਸੀਂ ਆਰਗੈਨਿਕ ਖੇਤੀ ਕਿਵੇਂ ਕਰ ਸਕਦੇ ਹੋ ਜੇ ਮੰਨ ਲਓ ਤੁਸੀਂ ਆਰਗੈਨਿਕ ਕਰਦੇ ਪਏ ਹੋ, ਜਿਹੜਾ ਆਲਰੇਡੀ ਉਹਦੇ 'ਚ ਅਸਰ ਹੈਗਾ ਉਹ ਕਿੱਥੇ ਜਾਊਗਾ? ਦੂਜੀ ਗੱਲ, ਨਾਲ ਦੇ ਖੇਤ ਵਾਲੇ ਨੇ ਪਾ ਦਿੱਤੀ ਖਾਦ, ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਓਗੇ? ਮਿੱਟੀ ਤਾਂ ਇੱਕੋ ਹੀ ਹੈ ਨਾ, ਮਿੱਟੀ ਤਾਂ ਇੱਕੋ ਹੀ ਆ, ਪਾਣੀ ਵੀ ਇੱਕੋ ਹੀ ਹੈ, ਤਾਂ ਇੱਕ ਵੱਟ ਪਾਉਣ ਨਾਲ ਥੋੜਾ ਉਹ ਚੀਜ਼ ਜਦੋਂ ਬਰਸਾਤ ਹੋਣੀ ਆ ਉਦੋਂ ਤੇ ਪਾਣੀ ਜਾਣਾ ਹੀ ਆ ਜੀ, ਰੁੜ ਜਾਊਗਾ। ਇਸ ਕਰਕੇ ਆਰਗੈਨਿਕ ਖੇਤੀ ਹਰ ਥਾਂ ਦੇ ਉੱਤੇ, ਉਹ ਵੀ ਮਾਰਕੀਟਿੰਗ ਹੈ, ਗ੍ਰੀਨ ਹਰ ਚੀਜ਼, ਗ੍ਰੀਨ ਬੀਜ, ਗ੍ਰੀਨ ਟੀ, ਗ੍ਰੀਨ ਇਹ, ਗ੍ਰੀਨ ਉਹ। ਮਤਲਬ ਤੁਸੀਂ ਦੇਖੋ ਜਿਹੜਾ ਸ਼ਬਦ ਕਿਸੇ ਦੇ ਵਿੱਚ ਦਿਮਾਗ ਦੇ ਵਿੱਚ ਬਿਠਾਉਣਾ ਹੋਵੇ, ਉਹ ਪੈਸਾ ਕਮਾਉਣਾ ਹੋਵੇ, ਹਰ ਥਾਂ ਤੇ ਗ੍ਰੀਨ ਕੱਪੜੇ, ਇਕੋ ਫਰੈਂਡਲੀ ਕੱਪੜੇ ਉਹ ਕਿਹੜੇ ਹੁੰਦੇ ਨੇ? ਇਕੋ ਫਰੈਂਡਲੀ ਸ਼ੂਜ਼ ਕਿਹੜੇ ਹੁੰਦੇ ਨੇ? ਇਕੋ ਫਰੈਂਡਲੀ ਪਟਾਕੇ ਦੀਵਾਲੀ ਦੇ ਉੱਤੇ ਦੱਸੋ, ਇਕੋ ਫਰੈਂਡਲੀ ਪਟਾਕੇ ਕਿਹੜੇ ਹੁੰਦੇ ਨੇ? ਹਰ ਚੀਜ਼ ਗ੍ਰੀਨ, ਇਟ ਮੀਨਸ ਇਟ ਇਜ਼ ਆਲਸੋ ਮਾਰਕੀਟਿੰਗ। ਤਾਂ ਹਰ ਥਾਂ ਦੇ ਉੱਤੇ ਜਦੋਂ ਮਾਰਕੀਟਿੰਗ ਹਾਵੀ ਹੋ ਜਾਏਗੀ, ਤੁਹਾਡੇ ਹਿੱਤ ਕਿਤੇ ਨਾ ਕਿਤੇ ਪਿੱਛੇ ਚਲੇ ਜਾਣਗੇ। ਸੋ ਆਪਣਾ ਸਮਾਂ ਹੋ ਰਿਹਾ, ਆਪਾਂ ਸਮਾਂ ਜਾਂਦੇ ਜਾਂਦੇ ਇੱਕ ਗੱਲ ਨੂੰ ਟੱਚ ਕਰਾਂਗੇ ਮਾਰਕੀਟਿੰਗ ਨੂੰ ਦੇਖਦੇ ਹੋਏ ਕਿ ਜੋ ਐਜੂਕੇਸ਼ਨ ਆ, ਸਰਕਾਰੀ ਸਕੂਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਈ 19 ਵਾਇਰਸ ਵਾਲੀ, ਤਾਂ ਉਹ ਬੱਚੇ ਸਕੂਲ ਨਾ ਆਉਣ, ਉਹਨਾਂ ਦੀ ਆਨਲਾਈਨ ਸਟੱਡੀ ਅਸੀਂ ਕਰਵਾ ਦੇਵਾਂਗੇ। ਜਿਨ੍ਹਾਂ ਨੇ ਇੰਜੈਕਸ਼ਨਸ ਲਗਵਾਏ ਹੋਏ ਨੇ ਉਹ ਸਕੂਲ ਆ ਜਾਣ, ਤੇ ਜਿਹੜੇ ਪ੍ਰਾਈਵੇਟ ਸਕੂਲ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਇੰਜੈਕਸ਼ਨ ਨਹੀਂ ਲਗਵਾਏ ਹੋਏ ਉਹ ਸਕੂਲ ਨਾ ਆਉਣ, ਤੇ ਜਿਹੜੇ ਸਕੂਲ ਨਹੀਂ ਆ ਰਹੇ ਉਹਨਾਂ ਦੀ ਆਨਲਾਈਨ ਸਟੱਡੀਜ਼ ਵਾਸਤੇ ਅਸੀਂ ਰਿਸਪੌਂਸੀਬਲ ਵੀ ਨਹੀਂ ਹੈਗੇ। ਹੁਣ ਦੱਸੋ ਇਹ ਕਿੱਥੇ ਖੜਾ ਪੰਜਾਬ? ਹੁਣ ਕੀ ਕਹਿਣਗੇ ਭਗਵੰਤ ਮਾਨ ਸਾਹਿਬ? ਦੇਖੋ ਸੰਜੀਵ ਜੀ, ਬਣਦਾ ਤੇ ਇਹੀ ਆ ਕਿ ਇੰਜੈਕਸ਼ਨ ਸਾਰਿਆਂ ਨੂੰ ਲਵਾ ਲੈਣੇ ਚਾਹੀਦੇ, ਬਿਲਕੁਲ, ਹੈ ਨਾ। ਬਾਕੀ ਪ੍ਰਾਈਵੇਟ ਸਕੂਲਾਂ ਦੇ ਆਪਣੇ ਜਿਹੜੇ ਆ ਕਹਿ ਲਈਏ ਕਿ ਕੇਅਰ ਇੱਦਾਂ ਹੁੰਦਾ ਕਿ ਫਿਰ ਆਨਲਾਈਨ ਦੇ ਵਿੱਚ ਨਾ ਬਹੁਤ ਜ਼ਿਆਦਾ ਕੁਝ ਇਨਵੋਲਵ ਹੁੰਦਾ, ਫਿਰ ਉਹ ਚੀਜ਼ਾਂ ਨਹੀਂ ਬਣਦੀਆਂ। ਹੁਣ ਮੈਨੂੰ ਲੱਗਦਾ ਕਿ ਇਹਦੇ ਉੱਤੇ ਐਕਸਪਰਟ ਬੈਠਣਗੇ। ਆਪਾਂ ਉਦੋਂ ਵੀ ਗੱਲ ਕੀਤੀ ਸੀ, ਜਦ ਸਕੂਲਿੰਗ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਜਿਹੜੇ 3 ਵੱਡੀਆਂ ਪੋਸਟਾਂ ਨੇ ਨਾ ਸਕੂਲਿੰਗ ਦੀਆਂ, ਉਹ ਤਿੰਨੋਂ ਦੀਆਂ ਤਿੰਨੋਂ ਖਾਲੀ ਬੈਠੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਡਾਇਰੈਕਟੋਰੇਟਸ ਆ। ਚਾਹੇ ਉਹ ਪ੍ਰਾਇਮਰੀ ਡਾਇਰੈਕਟੋਰੇਟ ਹੋਵੇ, ਚਾਹੇ ਉਹ ਸੈਕੰਡਰੀ ਡਾਇਰੈਕਟੋਰੇਟ ਹੋਵੇ, ਚਾਹੇ ਵੋਕੇਸ਼ਨਲ ਡਾਇਰੈਕਟੋਰੇਟ, 3 ਤਰ੍ਹਾਂ ਦੇ ਡਾਇਰੈਕਟੋਰੇਟ ਲਾਉਂਦੇ ਆ ਐਜੂਕੇਸ਼ਨ ਦੇ ਵਿੱਚ। ਇਹ ਤਿੰਨੋਂ ਵੱਡੀਆਂ ਪੋਸਟਾਂ ਖਾਲੀ ਆ। ਹਾਂਜੀ, ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਲਰਕ ਨਹੀਂ ਹੈਗੇ, ਜੂਨੀਅਰ ਕਲਰਕ ਨਹੀਂ ਹੈਗੇ। ਟੀਚਰਾਂ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਸਟਾਫ ਨਹੀਂ ਹੈਗਾ, 40,000 ਮੋਟਾ ਲਾਈਏ। ਸੋ
ਇਹ ਤਾਂ ਵੱਡੀ ਸਮੱਸਿਆ ਹੈ। ਇਹ ਹੁਣ ਵੱਡੀ ਸਮੱਸਿਆ ਜਿਹੜੀ ਹੈ ਇਹਨੂੰ ਹੱਲ ਤੇ ਕਹਿੰਦੇ ਕੀਤਾ ਜਾਊਗਾ, ਕਿੱਦਾਂ ਕੀਤਾ ਜਾਊਗਾ ਇਹ ਸਮਾਂ ਦੱਸੂਗਾ। ਸੋ ਕੁਝ ਵੀ ਹੈ, ਸਟੂਡੈਂਟਸ ਦੀ ਪੜ੍ਹਾਈ ਦਾ ਹਰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਜੋ ਲੋਕਤੰਤਰ ਹੈ ਉਹਦਾ ਆਧਾਰ ਹੀ ਐਜੂਕੇਸ਼ਨ ਹੈ ਕਿ ਸਿਟੀਜ਼ਨਸ ਜਿੰਨੇ ਜ਼ਿਆਦਾ ਐਜੂਕੇਟਿਡ ਹੋਣਗੇ ਪਰ ਮੈਨੂੰ ਉਨੇ ਲੱਗਦਾ ਕਿ ਜਾਗਰੂਕ ਹੋਣਗੇ, ਇਹੀ ਚੀਜ਼ ਸਾਨੂੰ ਵਾਂਝੀ ਮਿਲੀ ਨਹੀਂ। ਐਕਟਿਵ ਹੋਣਗੇ। ਐਕਟਿਵ ਸਿਟੀਜ਼ਨਸ਼ਿਪ, ਜਾਗਰੂਕ ਨਾਗਰਿਕ, ਇਹੀ ਲੋਕਤੰਤਰ ਦੇ ਆਧਾਰ ਹੁੰਦੇ ਨੇ ਔਰ ਇਹਦਾ ਬੇਸ ਹੈ ਐਜੂਕੇਸ਼ਨ। ਤੇ ਖਾਸ ਕਰਕੇ ਜੋ ਪ੍ਰਾਈਵੇਟ ਸਕੂਲਸ ਨੇ ਉਹਨਾਂ ਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜੇ ਕੋਈ ਨਹੀਂ ਲਵਾਇਆ ਇੰਜੈਕਸ਼ਨ, ਕਮ ਸੇ ਕਮ ਉਹਨਾਂ ਦੀ ਪੜ੍ਹਾਈ ਦਾ ਹਰਜ ਤਾਂ ਨਾ ਹੋਵੇ, ਕਮ ਸੇ ਕਮ ਆਨਲਾਈਨ ਕੁਛ ਤਾਂ ਉਹਨਾਂ ਨੂੰ ਦਿਓ, ਪਹਿਲਾਂ ਵੀ ਤਾਂ ਦਿੰਦੇ ਰਹੇ ਹੋ। ਜੇ ਸਰਕਾਰੀ ਸਕੂਲ ਆਨਲਾਈਨ ਦੇ ਸਕਦੇ ਨੇ ਤਾਂ ਤੁਹਾਨੂੰ ਆਨਲਾਈਨ ਦੇਣ ਦੇ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ। ਸੋ ਫੌਰਨ ਇਹ ਡਿਸੀਜਨ ਲੈਣਾ ਚਾਹੀਦਾ ਹੈ ਫॉर द ਸੇਕ ਆਫ ਪੰਜਾਬ, ਪੰਜਾਬ ਦੀ ਬਿਹਤਰੀ ਵਾਸਤੇ, ਤਾਂ ਹੀ ਮਾਨ ਸਾਹਿਬ ਰੰਗਲਾ ਪੰਜਾਬ ਬਣਾ ਸਕਦੇ ਨੇ। ਦੇਖੋ ਜੀ, ਜਿਹਨੇ ਫੀਸਾਂ ਲੈਣੀਆਂ ਨਾ ਉਹਨੇ ਸਭ ਕੁਝ ਕਰਨਾ, ਮੈਨੂੰ ਤਾਂ ਇਹ ਲੱਗਦਾ ਹੈ। ਇਹ ਪ੍ਰਾਈਵੇਟ ਸਕੂਲ ਵਾਲੇ ਵੀ ਕਰਨਗੇ ਕਿਉਂਕਿ ਜਵਾਕ ਅੱਗੇ ਘੱਟ ਹੋ ਗਏ ਨੇ, ਕਿਉਂਕਿ ਕਰੋਨਾ ਦੀ ਮਾਰ ਕਰਕੇ ਨਾ ਬਹੁਤਿਆਂ ਨੇ ਸਰਕਾਰੀ ਸਕੂਲੇ ਲਾਤੇ। ਨੈਚੁਰਲੀ ਕਿਉਂਕਿ ਪੇਰੈਂਟਸ ਨੂੰ ਪ੍ਰੈਸ਼ਰ ਬਣਾਉਣਾ ਪੈਣਾ, ਤਾਂ ਇਹ ਜ਼ਰੂਰ ਸੰਭਵ ਹੈ। ਓਕੇ, ਵਾਕਈ ਅਸੀਂ ਤੁਹਾਡੇ ਨਾਲ ਇਦਾਂ ਹੀ ਤਬਸਰਾ ਕਰਦੇ ਰਹਾਂਗੇ ਵੱਖਰੀਆਂ ਵੱਖਰੀਆਂ ਖਬਰਾਂ ਦੇ ਉੱਤੇ। ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਨੀਵਰਸਿਟੀ ਵੀ। ਮੈਨੂੰ ਤੇ ਸੰਜੀਵ ਨੂੰ ਜੀ ਨੂੰ ਦਿਓ ਆਗਿਆ, ਤੇ ਫਿਰ ਅਸੀਂ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।